मुसलमान की पेड़ पई कुम्हार घड़ भांडे इटा किया जल्दी करे पुकार। मिट्टी मुसलमान की पेड़ पई कुम्हार घड़ भांडे इटा किया जल्दी करे पुकार। जल जल रोवै बपोड़ी झाड़ झाड़ पवह अंगियार। नानक जिन करतै कारण किया सो जाने करतार। जल जल रोवै बपोड़ी झाड़ झाड़ पवह अंगियार। नानक जिन करतै कारण किया सो जाने करतार। वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर शोभायमान गुरु सवारे सतसंगी जनों, आप जी रात्रि दे इस विशेष दीवान दी हाजरी पर रहे हो जो धन गुरु नानक साहिब महाराज जी दे पावन पवित्र मुखार बिन तो उच्चारण कीती हुई आशा की वार जिस दी लड़ीवार विचार चल रही है। 6वीं पौड़ी नाल सतगुरु गुरु नानक साहिब महाराज जी दे 2 श्लोक दर्ज किए गए। हजूर दी इस अमृत बाणी नाल इस पौड़ी नाल पहले श्लोक नू कल दे आपां विचार रहे हां कि मुसलमान अपनी शरीयत दी सिफत करदा है ते दूसरे नू निंददा पिया है। वो कहंदा है असल च बंदे है नहीं वो जेड़े शरा दी पाबंदी विच शरा दी कैद विच रहिंदे ने। उस तो बाद हिंदू वीर वो दर्शन शास्त्रा राही परमात्मा दा रूप रेख कोई नहीं, वो भी तीर्थ इशनान कर रहे है, पूजा कर रहे है, धूप बत्ती कर रहे है, पर बहु गिनती विच सिर्फ बाहर दा कर्म कांडीए अंदर वाली तत्व वस्तु नू जान नहीं रहा। जोगी है वो अफुरदा ध्यान सुन समाधि दी गल करदा है, सूक्ष्मताई दी गल करदा है, पर आकार वो भी ध्यान विच बनाई बैठा है। दानी ने वो अपने इकट्ठा कीते हुए धन विचों दान करदे ने, पर उस दान दे विच भी एक स्वार्थ है कि जिन्ना को मैं परमात्मा दे नाम ते दान करना इस तो 1000 गुना वध परमात्मा मैनू मोड़ेगा। वो दान नू भी व्यापार बिजनेस की तरह चला रहा है।
ਉਸ ਤੋਂ ਬਾਅਦ ਅਸੀਂ, ਕਿਉਂਕਿ ਮੈਂ ਸਿਰਫ ਰਿਪੀਟ ਕਰ ਰਿਹਾ ਜੋ ਅਸੀਂ ਕਥਾ ਕੀਤੀ ਹੁਣ ਤੱਕ, ਮਹਾਰਾਜ ਕਹਿੰਦੇ ਨੇ ਇਹ ਤਾਂ ਧਰਮ ਦੀ ਕੈਟਾਗਰੀ ਵਿੱਚ ਆ ਰਹੇ, ਆ ਨਹੀਂ ਰਹੀ ਆਵਾਜ਼, ਧਰਮ ਦੀ ਕੈਟਾਗਰੀ ਵਿੱਚ ਨੇ, ਜਿਸ ਵਿੱਚ ਮੁਸਲਮਾਨ, ਹਿੰਦੂ, ਜੋਗੀ, ਦਾਨੀ, ਪਰ ਇਸ ਦੇ ਵਿਪਰੀਤ ਜਿਹੜੇ ਚੋਰ ਨੇ, ਵਿਭਚਾਰੀ ਨੇ, ਕੂੜਿਆਰ ਨੇ, ਪਾਪ ਕਰਮ ਕਮਾਉਣ ਵਾਲੇ ਨੇ, ਮਹਾਰਾਜ ਕਹਿੰਦੇ ਨੇ ਉਹ ਜੋ ਕੁਝ ਪਹਿਲੇ ਕੀਤੇ ਪੁੰਨ ਕਰਮ ਸਨ ਉਹ ਮੁਕਾ ਕੇ ਤੁਰ ਪਏ, ਅੱਗੇ ਉਹਨਾਂ ਨੇ ਸ਼ੁਭ ਕੰਮ ਕੋਈ ਕੀਤਾ ਹੀ ਨਹੀਂ, ਕੀ ਦੁਨੀਆ ਤੇ ਆ ਕੇ ਖੱਟਿਆ। ਉਸ ਤੋਂ ਬਾਅਦ ਫਿਰ ਮਹਾਰਾਜ ਇੱਕ ਬਚਨ ਕਹਿੰਦੇ ਨੇ ਜਿਹਦੀ ਵਿਚਾਰ ਅਸੀਂ ਸੁਬਾਹ ਤੋਂ ਕਰ ਰਹੇ ਹਾਂ, ਕਿਉਂਕਿ ਅੱਜ ਅਗਲਾ ਸ਼ਲੋਕ ਵੀ ਮੈਂ ਪੜ੍ਹ ਦਿੱਤਾ, ਉਸ ਦੀ ਵਿਚਾਰ ਵੀ ਉਸ ਲੜੀ ਨਾਲ ਅੱਗੇ ਤੁਰੇਗੀ। ਹਜ਼ੂਰ ਨੇ ਅਖੀਰ ਤੇ ਕਿਹਾ ਜਿਹੜੇ ਪਰਮਾਤਮਾ ਦੇ ਰੱਬ ਦੇ ਭਗਤ ਨੇ, ਚੇਤੇ ਰੱਖਿਓ ਉਹ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਕੇਵਲ ਇੱਕ ਭੁੱਖ ਰੱਖਦੇ ਨੇ ਪਰਮਾਤਮਾ ਦਾ ਸਿਮਰਨ ਕਰਨ ਦੀ। ਉਹਨਾਂ ਦੀ ਭੁੱਖ ਹੈ ਪਰਮਾਤਮਾ ਨੂੰ ਸਲਾਉਣਾ, ਪਰਿਪੂਰਨ ਪਰਮਾਤਮਾ ਦੀ ਬੰਦਗੀ ਵਿੱਚ ਦਿਨ ਰਾਤ ਉਹਦੀਆਂ ਸਿਫਤਾਂ ਕਰਦੇ ਨੇ। ਤੇ ਇਹ ਵੀ ਸੱਚ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਜਾਣੇ ਉਹ ਹਮੇਸ਼ਾ ਆਨੰਦ ਦੇ ਵਿੱਚ ਹੀ ਰਹਿੰਦੇ, ਪਰ ਉਸ ਤੋਂ ਇਲਾਵਾ ਉਹ ਇਹ ਨਹੀਂ ਕਹਿੰਦੇ ਕਿ ਮੈਂ ਹੀ ਗੁਣਵਾਨ ਖਾਂ, ਮੇਰੇ ਤੋਂ ਅੱਗੇ ਗੁਣ ਕਿਸੇ ਕੋਲ ਨਹੀਂ। ਸੱਚ ਇਹ ਵੀ ਉਹ ਧਰਮ ਦੀ ਦੀਵਾਰ ਨੂੰ, ਸੰਕੀਰਨਤਾ ਨੂੰ ਤੋੜ ਕੇ ਕਿਸੇ ਵੀ ਧਰਮ ਵਿੱਚ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਹੋਵੇ, ਉਹ ਗੁਣਵੰਤਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ। ਇਹਨੂੰ ਥੋੜਾ ਜਿਹਾ ਅਸੀਂ ਸੁਬਾਹ ਵਿਚਾਰ ਰਹੇ ਸਾਂ। ਸਵੇਰੇ ਸਿਰਫ ਇੱਕ ਅਰਜ਼ ਮੈਂ ਕੀਤੀ ਸੀ ਕਿ ਨਾਨਕ ਭਗਤਾਂ ਭੁੱਖ ਸਲਾਹਨ, ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਜਨ, ਉਹਨਾਂ ਦੀ ਸਿਰਫ ਇੱਕੋ ਭੁੱਖ ਹੈ ਕਿ ਕਰਤੇ ਪੁਰਖ ਵਾਹਿਗੁਰੂ ਦੀ ਸਲਾਹੁਤਾ, ਉਹਦੀ ਸਿਫਤ ਕਰਨੀ। ਮਹਾਰਾਜ ਕਹਿੰਦੇ ਸੱਚ ਨਾਮ ਆਧਾਰ, ਉਹਨਾਂ ਦੀ ਭੁੱਖ ਸਿਰਫ ਸੱਚੇ ਪਰਮਾਤਮਾ ਦੇ ਨਾਮ ਨੂੰ, ਪਰਮੇਸ਼ਵਰ ਦੇ ਨਾਮ ਨੂੰ ਜਪਣਾ ਹੀ ਉਹਨਾਂ ਦੀ ਭੁੱਖ ਹੈ। ਨਾਲ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਮੈਂ ਇਹ ਖੇਤ ਤੁਸੀਂ ਗੁਰਮੁਖੋ ਇਕਾਗਰਤਾ ਬਣਾਓ ਪਲੀਜ਼, ਮੇਰੀ ਬੇਨਤੀ ਹੈ, ਕਿਉਂਕਿ ਮੈਂ ਦੁਬਾਰਾ ਮੇਰੇ ਤੋਂ ਫਿਰ ਨਹੀਂ ਕਦਾ ਕਥੀ ਹੋਣੀ। ਫਿਰ ਬੇਨਤੀ ਸੁਬਾਹ ਵੀ ਕਿਹਾ ਸੀ ਵੀ ਜਿਹੜੇ ਪਿੱਛੇ ਹੁੰਦੇ ਹੋ ਪਲੀਜ਼ ਪਿੱਛੇ ਬੈਠਿਆ ਕਰੋ, ਕਥਾ ਵਿੱਚ ਵਿਗਣ ਪਾਣਾ ਚੰਗੀ ਗੱਲ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਇੱਕ ਤਾਂ ਭਗਤ ਦੇ ਮਨ ਦੇ ਵਿੱਚ ਹੈ ਪਰਮਾਤਮਾ ਦੀ ਭਗਤੀ ਦੀ ਭੁੱਖ, ਮੈਂ ਉਹਦੀ ਸਿਫਤ ਸਲਾਹ ਕਰਨੀ। ਤੇ ਚੇਤੇ ਰੱਖਿਓ ਉਹ ਮੁਰਝਾਇਆ ਹੋਇਆ ਸੰਕੀਰਨਤਾ ਵਿੱਚ ਸੜਿਆ ਹੋਇਆ ਨਹੀਂ ਰਹਿੰਦਾ। ਪਰਮਾਤਮਾ ਦਾ ਭਗਤ ਹਮੇਸ਼ਾ ਆਨੰਦ ਵਿੱਚ ਰਹਿੰਦਾ। ਆਨੰਦ ਅਸਲ 'ਚ ਪਰਮਾਤਮਾ ਸਤ ਚਿੱਤ ਆਨੰਦ ਹੈ, ਜਿਹਨੂੰ ਜਪਜੀ ਸਾਹਿਬ 'ਚ ਮਹਾਰਾਜ ਜੀ ਨੇ ਕਿਹਾ ਸਤ ਸੁਹਾਨ ਸਦਾ ਮਨ ਚਾਹੋ। ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਗਮੀ, ਸੋਗ, ਚਿੰਤਾ, ਝੋਰਾ, ਤੋਖਲਾ ਇਹ ਲਫ਼ਜ਼ ਹੈ ਹੀ ਨਹੀਂ, ਕਿਉਂਕਿ ਪਰਮਾਤਮਾ ਆਪ ਹੀ ਆਨੰਦ ਸਵਰੂਪ ਹੈ, ਉਸ ਕੋਲ ਕੋਈ ਗਮੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਕਿ ਤੇਰਾ ਘਰ ਆਨੰਦ ਵਧਾਈ ਤੁਧ ਘਰ। ਪਰਿਪੂਰਨ ਪਰਮਾਤਮਾ ਦੇ ਘਰ ਵਿੱਚ ਖੇੜਾ ਹੀ ਖੇੜਾ ਹੈ। ਭਗਤ ਜਿਹੜਾ ਉਹ ਖੇੜੇ ਵਿੱਚ ਰਹਿੰਦਾ, ਆਨੰਦ ਵਿੱਚ ਰਹਿੰਦਾ। ਦਾਸ ਨੇ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ, ਅੱਜ ਅਸੀਂ ਦੇਖਨੇ ਆ ਕਿ ਅੰਦਰ ਸੁਗੰਧੀ ਹੋਵੇ ਤੇ ਕਦੀ ਫੁੱਲ ਨੂੰ ਖਿੜਨ ਤੋਂ ਕੋਈ ਰੋਕ ਸਕੇਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਸ ਫੁੱਲ ਦੇ ਅੰਦਰ, ਫੁੱਲ ਦੀ ਡੋਡੀ ਵਿੱਚ ਸੁਗੰਧੀ ਭਰੀ ਗਈ ਏ, ਪਿਆਰਿਓ ਉਹਨੂੰ ਭਾਵੇਂ ਲੀਰਾਂ ਵੀ ਬੰਨ ਦਿਓ, ਬਾਹੋਂ ਢੱਕ ਵੀ ਦਿਓ, ਉਹ ਤਾਂ ਵੀ ਖਿੜੇਗਾ। ਜਿਸ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਭਰੀ ਗਈ ਏ, ਉਹਨੂੰ ਜੇਲ੍ਹ ਵਿੱਚ ਵੀ ਡੱਕ ਦਿਓ ਤਾਂ ਵੀ ਖਿੜਿਆ ਹੀ ਰਹੇਗਾ, ਕਿਉਂਕਿ ਉਹਦੇ ਅੰਦਰ ਇੱਕ ਖੇੜਾ ਹੈ। ਉਹ ਆਨੰਦ ਵਿੱਚ ਰਹਿੰਦਾ, ਸਦਾ ਆਨੰਦ ਹੈ ਦਿਨ ਰਾਤੀ। ਮੈਂ ਫਿਰ ਬੇਨਤੀ ਕਰਾਂਗਾ, ਭਾਵੇਂ ਇਹ ਵਿਚਾਰ ਇੱਕ ਵਾਰ ਦਾਸ ਨੇ ਕੀਤੀ ਸੀ ਕਿ ਅਸਲ 'ਚ ਜਿਹੜਾ ਆਨੰਦ ਲਫ਼ਜ਼ ਹੈ, ਇਹਨੂੰ ਧਿਆਨ ਨਾਲ ਸੁਣਿਓ, ਕਿਉਂਕਿ ਸਿੱਖਾਂ ਨੇ ਆਨੰਦ ਸ਼ਬਦ ਦੀ ਬਹੁਤ ਵਰਤੋਂ ਕੀਤੀ। ਅਸੀਂ ਜਦੋਂ ਭੋਜਨ ਵੀ ਛਕਨੇ ਆ ਤੇ ਇਹੀ ਸ਼ਬਦ ਕਹਿੰਦੇ ਆ ਕਿ ਬਸ ਅੱਜ ਲੰਗਰ ਛਕ ਕੇ ਆਨੰਦ ਆ ਗਿਆ। ਅਸੀਂ ਕੀਰਤਨ ਸੁਣਨੇ ਆ ਤੇ ਲਫ਼ਜ਼ ਵਰਤਨੇ ਆ, ਅੱਜ ਕੀਰਤਨ ਸੁਣ ਕੇ ਆਨੰਦ ਆ ਗਿਆ। ਅਸੀਂ ਪਾਠ ਸੁਣਨੇ ਆ ਤੇ ਪਾਠ ਸੁਣ ਕੇ ਕਹਿੰਦੇ ਅੱਜ ਏਡਾ ਪਿਆਰਾ ਪਾਠ ਕੀਤਾ, ਮਨ ਨੂੰ ਆਨੰਦ ਆ ਗਿਆ। ਕਿਸੇ ਦੇ ਦਰਸ਼ਨ ਕਰਨੇ ਆ ਤੇ ਲਫ਼ਜ਼ ਵਰਤਨੇ ਆ ਕਿ ਤੁਹਾਡੇ ਦੀਦਾਰ ਕਰਕੇ ਅੱਜ ਆਨੰਦ ਬਣ ਗਿਆ।
मैं एक बेनती करांगा, आनंद, खुशी ते प्रसन्नता तिन्ना शब्दां 'च बड़ा फर्क है। फिर ध्यान नाल सुनियो, एक लफ्ज है खुशी, दूसरी है प्रसन्नता, तीसरा है आनंद। याद रखो, कई लोगों को दुनिया का सुख है पर उन्होंने दे घर विच खुशी नहीं। फिर सुनियो, मान लो एक बंदे दे घर विच कारां, गड्डियां, कोठी, पुत्र, धीआं सब कुछ है। जे पूछ के देखो भी तेनू किसी चीज की कमी तो नहीं, वो कहंदा रब ने सुख तो सारे दिते पर सच है मेरे घर विच खुशी कदी नसीब नहीं हुई। मतलब कि सहूलत है पर परिवार के अंदर प्रसन्नता नहीं, खुशी नहीं। एक होर बेनती करा, जिन्नी भी संसार की खुशी है, जिन्नी भी संसार की प्रसन्नता है, सच एवे ओदा एंड निराशता विच हुंदा है। फिर सुनियो इस शब्द में, मान लो अज घर बच्चे का जन्म होए, बेटी है, बेटा है, परिवार च खुशी है, पर जिस दे खुशी दे अज वाजे वज रहे ने, कल उसकी मौत तो बाद उस घर विच रोना भी आवेगा, क्योंकि वह प्रसन्नता जिहड़ी है थोड़ चिड़ी है। मैं फिर बेनती करांगा, आनंद खुशी नहीं केवल, हालांकि बाणी च शब्द वरते भी ने कि लख खुशियां पातशाहियां जे सतगुर नदर करे। दुनियावी जिहड़ी खुशी है, दुनियावी जिहड़ी प्रसन्नता ते सुख है, अज मेरे कोल खुशी है, कल नूं ये खुशी गमी बनने वाली है। इसे खुशी विचों गमी जन्म लेंदी। अज पुत्र घर जन्म लिया, मैं सीधी जी उदाहरण लेना, किन्ना बंदा खुश, फुलिया नहीं समांदा। ओही पुत्र कल नूं माड़े कर्म करदा है ते बंदा उसे खुशी नूं कहंदा एदू चंगा तां जमदा ही ना जे ये दिन मैनूं दिखाने सन। इहदा मतलब वो खुशी गमी च बदल गई, ओहदे जिउंदे जी बदली। खाले जिहदी खुशी मनाई वो जी रहा, पर नहीं तां एक दिन हर खुशी जिहड़ी है वो गमी भी तब्दील होवेगी। पर प्यारिओ, जिहड़ा आनंद है ਉਹਦੇ ਵਿੱਚ गमी नहीं। आनंद ਵਿੱਚ ਜਿਹੜੀ ਹੈ ਉਹ मरण तो बाद भी आनंद की अवस्था नहीं जाती। भगत सच एवे बंदगी की भुख रखता है, वह आनंद ਵਿੱਚ ਰਹਿੰਦਾ है। ਅਸੀਂ आनंद साहब का पाठ रोज करने। उंज दास ने कई बारी बेनती की है कि आनंद का अर्थ साडी रूह नाल है, आनंद का अर्थ कला जीव नाल नहीं। क्योंकि जेड़ा मैं भोजन सवेरे छकिया आनंद बनिया, दोपहर तक वही जी फिर तरले मारेगी खान ले, पर आनंद तो आ जाए वो जाता कदी नहीं। जो मैं कन्ना नाल खुण सुनिया, सच एवे कि मेरे सुन तो बाद भी उस सुने हुए ने ठीक कर, आवाज ठीक नहीं हो रही प्लीज, जां तां माइक कर दे। ओ जिहड़ी अज मैं सुनिया है, सच एवे मेरा सुनिया होया कुछ समय तो बाद वो आनंद जिहड़ा है वो खत्म हो जाए। यही कारण कि अज लोग कन रसीए बहुत ने, आत्म रसीए बहुत घट ने। कन रस तुसी मैनू सुन लिया, आनंद लै लिया, शब्द वरतिया, किसी दूजे नूं सुनिया ते कह दिता आनंद आ गया। पर नहीं प्यारिओ, आनंद एक वो अंदर दी अवस्था है जिहड़ी एक बारी प्राप्त हो जाए ते हकीकत वे वो दोबारा कदी जांदी ही नहीं। वो आनंद पदार्थां विचों नहीं, भगत नूं वो आनंद परिपूर्ण परमात्मा दे नाम चों मिलिया। महाराज जी दे अमृत बोल ने कि आनंद भया मेरी माए। फिर मेरी बेनती सुनाओ, लंगर वाला आनंद नहीं, दाल बड़ी स्वादी सह आनंद आ गया। मेरी बेनती, वो आनंद साडी रूह है, वो आनंद बॉडी छड्डण तो बाद भी नहीं जाता। जिहड़ा आनंद इंद्रियां दा है, ये इंद्रियां दे मरण नाल मर जाएगा, पर जिहड़ा आनंद साडी आत्मा दा है वो बॉडी छड्डण तो बाद भी कदी नहीं जाएगा। वो आनंद स्वरूप परमात्मा की बंदगी। महाराज जी दे अमृत बोल ने कि आनंद भया मेरी माए, सतगुरु मैं पाया, सतगुरता पाया, सहज सेती मन बचियां वाधाइयां। प्यारिओ, आनंद एक सहज आया। फिर सुनियो, सहज सेती आनंद आया। सहज का अर्थ ऐसा नहीं, सहज भी एक अवस्था है। तुसी जदों किते पाठ करोगे लावां दा, चौथड़ी लाम सहज है। लावां नूं भावें असीं आनंद पढ़ने कहने, आनंद कारज कहने, हर चौथड़ी लाम मन सहज भया, हर पाया बलराम जीओ, गुरमुख मिलिया सुभाए, हर मन तन मीठा लाया बलराम जीओ, हर मीठा लाया मेरे पर पाया, आमदन खर बुलाई, मन चिंदिया फल पाया, स्वामी हर नाम वजी
वाधाई हर पर ठाकुर ठाकुर काज रचाया धन हिरदै नाम वेगासी वेगासी दा आखरी अर्थ भी गुरमुखो एक है कि अंदर दा आनंद अंदर दा खेड़ा। फिर बेनती सुन जिहड़ा भगती करदा है उस कोल ये आनंद है आनंद भया मेरी माए सतगुरु मैं पाया सतगुरता पाया सहज सेती मन वजियां वाधाइयां। सहज ते आनंद जो चीज इनू फिर थोड़ा जा मैं बेनती एक्सप्लेन कर सका। आनंद अंदर दी सुरत दा ओ चढ़ाओ है। फिर सुनियो आनंद केवल बॉडी दा एक्शन नहीं, ये तो बाहर दी एक गल है। सुरत दा ओ खड़ा ओ चढ़ा है कि जिस अवस्था विच पहुंच के प्यारे दुख आ जाए तो दुख भी अंदर नू वंचलित नहीं करता, सुख आ जाए तो बंदा सुख विच भी रब नू भुलदा। असल च दोनों चीज़ां बेचैनी पैदा कर दियां। जदों बंदा अत दा दुखी हुंदा कहंदा जे रात नींद नहीं पई, क्यों कहंदा बेचैनी च बतीत हो गई। ते जिदन सुख होया सुता उदन भी रात नहीं। जे पुछया अज रात क्यों नहीं सुता कहंदा अज खुशी विच ही नींद नहीं पई। बेचैनी तो है ना, खुशी विच भी नींद नहीं पई, गमी विच भी नहीं पई। महाराज सच्चे पातशाह कहंदे ने वो आनंद जिहड़ा है वो एक अंदर दी सुरत दा खिड़ाक है। जदों किसी नूं वो आनंद मिलदा है, सुबह मर्ज कीती भाई भिखारी वर्गा पुत्र दी मौत हो जाए तां भी अंदरों टिकिया है, जे पुत्र नूं विआहण वास्ते ले जांदे ने तां भी अंदरों टिकिया आनंद है। इनू बाणी च एक शब्द हुंदा है जी गुरमुख अंतर सहज है मन चढ़िया दसवें आकाश तिथै ओंग ना भुख है। आनंदी पुरुष दे अंदर ना दुख ते ना भुख कुछ भी नहीं, तिथै ओंग ना भुख है। हर अमृत नाम सुख वास नानक दुख सुख व्यापत नहीं जिथै आत्म राम प्रगास जिथे अंदर दा खेड़ा। फिर मेरी बेनती सुनियो मैं अर्थ करके अगे निकल सकता सा कि सदा आनंद की है। भगत दे घर च कदी गमी नहीं, आनंद है सहज संयुक्त। सहज दा अर्थ है जो नर दुख में दुख नहीं माने, सुख सने और भय नहीं जांका कंचन माटी माने। दुख आवे ये नहीं किते क्या भगत नूं दुख नहीं आउंदा, क्योंकि साडी एक मुश्किल है असी जदों धर्म की व्याख्या करने आ ते एक शब्द कहने आ कि इंसान इस दे कोल जिहड़ा मैं बंद कर दिता कि ठीक है जिहड़ा सुख है असी सुख की परिभाषित सिर्फ के पाठ करो सुख मिलेगा कहने, पर कदी किसी ने कहा कि परमात्मा का नाम जपो जे दुख आवे ते दुख नूं हंडाउण दी भी जांच आएगी। हजूर सच्चे पातशाह जी दे अमृत बोल ने कि जो नर दुख में दुख नहीं माने सुख सने अर भय नहीं जांका कंचन माटी माने। दुख आवे दुख नूं दुख ना मन्ने, सुख आवे ते सुख विच ज्यादा वहन विच ना वह जाए, ओदे सामने सोना ते मिट्टी एक है। फिर बेनती करा आनंद वो है कि जिदे विच सदा खेड़ा कदी चिंता झोरा गमी नहीं। हजूर ने कहा आनंद भया मेरी माए सतगुरु मैं पाया सतगुरता पाया सहज सेती सहज सेती। फिर अगे की होया मन वजियां वाधाइयां। सतगुरता पाया सहज सेती मन वजियां वाधाइयां। फिर अंदर एक शक्ति एनर्जी पैदा हो गई। जिन्ने दुनिया दे राग ने जिन्ना संगीत है जिन्नियां सुरां ने जिदे अंदर आनंद पैदा हो जाए चेते रखो 24 घंटे उहदे अंदर परमात्मा दा कीर्तन हुंदा रहिंदा है, उहदे अंदर वो संगीत चलदा है। आनंद भया मेरी माए सतगुरु मैं पाया सतगुरता पाया सहज सेती मन वजियां वाधाइयां राग रतन परवार भरियां शब्द गावण आईयां। वो केड़ा शब्द प्यारे उन्होंने आखिरी शब्द आप कहांगे। ये आखिरी शब्द तां उस परमात्मा तक ले जांदा पिया। सानू इहदे च गुरु वरतदा है, उहदे अंदर रब्बी गीत रब्बी शब्द दा संगीत शुरू हो गया। शब्द गावण आईयां शब्दों तां गावो खरी केरा मन जिनी वसाया कह नानक आनंद होवा सतगुरु मैं पाया। फिर होर थोड़ी जी बेनती सुनियो, जिस नूं आनंद मिल जाता है ਉਹਦੇ अंदर पाप नाम की कोई चीज़ नहीं रही, ਉਹਦੇ अंदर कुकर्म नाम की कोई चीज़ नहीं। ये भी आनंद साहब भी तुसी पढ़ते हो कर कृपा किल विख कट्टे, ये भी मैं पौड़ी बाणी चो ले आनंद साहब चो। जिदे उपर ਉਹਦੀ कृपा हो जाए
ਉਹਦੇ ਅੰਦਰ ਦੇ ਜਿੰਨੇ ਪਾਪ ਨੇ ਉਹ ਕੱਟੇ ਜਾਂਦੇ। ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਤਿਨ ਕਾ ਸ਼ਬਦ, ਇੱਥੇ ਸ਼ਬਦ ਦਾ ਅਰਥ ਬਾਣੀ ਨਹੀਂ, ਇੱਥੇ ਸ਼ਬਦ ਦਾ ਅਰਥ ਜਿਸ ਭਗਤ ਵਿੱਚ ਗੁਰੂ ਨੇ ਕਿਰਪਾ ਕਰ ਦਿੱਤੀ, ਰੱਬ ਦਾ ਨਾਮ ਟੇਕਿਆ, ਉਹਦੇ ਬੋਲ ਇੰਨੇ ਕੁ ਸਵਾਰ ਦਿੱਤੇ, ਜੋ ਕੁਝ ਆਪਣੇ ਮੂੰਹ ਤੋਂ ਬੋਲਦਾ ਇੱਥੇ ਵੀ ਸੱਤ ਤੇ ਉੱਥੇ ਵੀ ਸੱਤ ਹੈ। ਤਿਨ ਕਾ ਸ਼ਬਦ ਸੱਚਾ ਸਵਾਰਿਆ। ਮਹਾਰਾਜ ਕਹਿੰਦੇ ਨੇ ਇਹ ਹੈ ਇੱਕ ਆਨੰਦ ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਲੋ ਇੱਕ ਪੌੜੀ ਅਖੀਰ ਦੀ ਅਸੀਂ ਹੋਰ ਪੜ੍ਹ ਲਈ। ਐਸੀ ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਮਹਾਰਾਜ ਕਹਿੰਦੇ ਨੇ ਅਖੀਰ ਤੇ ਆਨੰਦ ਸੁਣੋ ਵੱਡ ਭਾਗੀਓ ਪਿਆਰਿਓ, ਆਹ ਹੈ ਭਗਤ ਦੇ ਅੰਦਰ ਆਨੰਦ। ਇੱਕ ਚਾਹ ਜਿਹਾ ਬਣਿਆ ਰਹਿੰਦਾ ਹੈ। ਸੱਚ ਐਵੇਂ ਕਦੀ ਕਦੀ ਕਿਸੇ ਨੂੰ ਝਲਕ ਜਦੋਂ ਮਿਲਦੀ ਹੈ ਨਾ, ਪਾਠ ਕਰਦੇ ਆ, ਉਹ ਕਹਿੰਦਾ ਪਤਾ ਨਹੀਂ ਮਿਲਿਆ ਵੀ ਕੁਛ ਨਹੀਂ, ਪਰ ਇੰਜ ਲੱਗਦਾ ਮੇਰੇ ਅੰਦਰ ਇੱਕ ਚਾਹ ਜਿਹਾ ਬਣਿਆ ਹੈ। ਅਸਲ ਚੇਤੇ ਰੱਖਿਓ, ਮੋਰ ਪਹਿਲਾਂ ਪਾਉਂਦਾ ਉਹਨੂੰ ਕੁਝ ਮਿਲਦਾ ਨਹੀਂ, ਬੱਦਲ ਨੂੰ ਵੇਖ ਕੇ ਚਾਹ ਆਪਣੇ ਆਪ ਹੀ ਜਨਮ ਲੈ ਲੈਂਦਾ। ਅੰਬ ਦੇ ਰੁੱਖ ਤੇ ਕੋਇਲ ਬੈਠਦੀ ਏ ਤੇ ਸੋਜ਼ ਭਰੇ ਨਗਮੇ ਗਾਉਂਦੀ ਏ, ਉਸ ਕੋਇਲ ਨੂੰ ਤਾਂ ਗਾਉਣਾ ਆਪਣੇ ਆਪ ਹੀ ਆ ਜਾਂਦਾ। ਬਸੰਤ ਦੀ ਰੁੱਤ ਆਉਂਦੀ ਏ, ਸੱਚ ਐਵੇਂ ਕਿ ਭਵਰਾ ਗੁੰਜਾਰਾ ਪਾਉਣ ਲੱਗ ਪੈਂਦਾ ਹੈ। ਜਿਸ ਦੇ ਅੰਦਰ ਪਰਮਾਤਮਾ ਦਾ ਆਨੰਦ ਆ ਜਾਏ, ਉਹਨੂੰ ਪੁੱਛ ਕੇ ਦੇਖੋ, ਕਹਿੰਦਾ ਇਹ ਤਾਂ ਸੁਤੇ ਸਿੱਧ ਚਾਉ ਆਪਣੇ ਆਪ ਹੀ ਬਣਿਆ ਰਹਿੰਦਾ। ਮਹਾਰਾਜ ਨੇ ਕਿਹਾ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਫਿਰ ਮਨੋਰਥ ਕੀ ਸੀ ਜੀ? ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਜਿੰਨੇ ਚਿੰਤਾ ਝੋੜੇ ਸੰਮੋਗੈ ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾਪ ਉਤਰੇ। ਮੈਂ ਤੁਖ ਤੋਂ ਦੂਰ ਨਹੀਂ ਜਾ ਰਿਹਾ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਮਨੋਰਥ ਪੂਰੇ ਹੋ ਗਏ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉਹਨਾਂ ਨੇ ਸੱਚੀ ਬਾਣੀ ਸੁਣੀ, ਅੰਦਰ ਦੇ ਦੁੱਖ ਚਲੇ ਗਏ। ਮੈਂ ਬੇਨਤੀ ਕਰਾਂ, ਭਗਤੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਅੰਦਰ ਈਗੋ ਕੋਈ ਨਹੀਂ। ਸੱਚ ਐਵੇਂ ਇੱਥੇ ਮੈਂ ਸੁਬਾ ਕਿਹਾ ਸੀ, ਮਹਾਰਾਜ ਨੇ ਇਹ ਨਹੀਂ ਕਿਹਾ ਹਿੰਦੂ ਭਗਤ, ਇਹ ਨਹੀਂ ਕਿਹਾ ਮੁਸਲਮਾਨ ਦਰਵੇਸ਼, ਇਹ ਨਹੀਂ ਕਿਹਾ ਜੋ ਕਮਾਉਣ ਵਾਲਾ ਭਗਤ, ਇਹ ਨਹੀਂ ਕਿਹਾ ਕਿਸੇ ਹੋਰ ਧਰਮ ਦਾ ਭਗਤ। ਉਹ ਪਿਆਰਿਓ, ਭਗਤ ਦਾ ਸੰਬੰਧ ਹੀ ਸਿੱਧਾ ਪਰਮਾਤਮਾ ਨਾਲ ਹੁੰਦਾ ਹੈ। ਆ ਸੰਕੀਰਨਤਾ ਤਾਂ ਆਪਾਂ ਲੋਕਾਂ ਖੜੀ ਕੀਤੀ ਹੈ। ਭਗਤੀ ਕਰਨ ਵਾਲਾ, ਮੈਂ ਬੇਨਤੀ ਕਰਾਂ ਉਹਨੂੰ ਕਿਸ ਦਾਇਰੇ 'ਚ ਆਪਾਂ ਬੰਨਾਂਗੇ। ਇੱਥੇ ਥੋੜੀ ਜਿਹੀ ਮੈਂ ਕੋਈ ਉਦਾਹਰਨ ਦੇ ਦੇਣਾ ਸਮਝਣ ਲਈ। ਮੰਨ ਲਓ ਅਸੀਂ ਇਸ ਧਰਤੀ ਤੇ ਕਣਕ ਪੈਦਾ ਕਰਨੀ, ਭਗਤ ਕੀ ਹੈ? ਤੁਹਾਡੇ ਇਸ ਰਾਜਸਥਾਨ 'ਚ ਕਣਕ ਪੈਦਾ ਹੋਈ, ਪਾਣੀ ਲਾਇਆ, ਉਹਦੀ ਸੰਭਾਲ ਕੀਤੀ, ਉਸ ਕਣਕ ਨੇ ਸਾਧਨਾ ਇੰਨੀ ਕੁ ਕੀਤੀ ਹੈ, ਉਹਨੂੰ ਜਿਹੜਾ ਵੀ ਖਾਏਗਾ ਉਹਦੀ ਭੁੱਖ ਜਾਏਗੀ। ਪਿਆਰਿਓ, ਭਗਤੀ ਕਰਨ ਵਾਲਾ ਸਾਧਨਾ ਇੰਨੀ ਕੁ ਕਰਦਾ, ਉਹ ਜਿਹਦੇ ਨੇੜੇ ਵੀ ਬਹਿੰਦਾ ਉਹਨੂੰ ਠੰਡ ਹੀ ਪਾਈ ਜਾਂਦਾ। ਉਹਨੂੰ ਦੀਵਾਰ 'ਚ ਨਾ ਬੰਨੋ। ਮੇਰੀ ਬੇਨਤੀ, ਮੈਂ ਕੱਲ ਦਾ ਇਹ ਗੱਲ ਤੇ ਜ਼ੋਰ ਦੇ ਰਿਹਾ, ਗੁਰੂ ਨਾਨਕ ਦਾ ਸੱਚ ਕਿਸੇ ਇੱਕ ਫਿਰਕੇ ਵਾਸਤੇ ਸੱਚ ਨਹੀਂ। ਸਤਿਗੁਰੂ ਜਦੋਂ ਬੋਲਦਾ ਉਹ ਸਭਨਾ ਵਾਸਤੇ। ਇਸੇ ਕਰਕੇ ਕਿਹਾ, ਹਲ ਵਾਹਣ ਵਾਲਿਆ, ਝਾੜੂ ਲਾਉਣ ਵਾਲਿਆ, ਰਣ ਤੱਤੇ ਵੀ ਜੂਝਣ ਵਾਲਿਆ, ਪਾਠ ਕਰਨ ਵਾਲਿਆ, ਇਹ ਬ੍ਰਾਹਮਣ ਵੀਰ ਤੂੰ ਆ, ਇਹ ਖੱਤਰੀ ਵੈਸ਼ ਸ਼ੋ ਤੂੰ ਆ। ਗੁਰੂ ਕਹਿੰਦਾ ਜੋ ਮੈਂ ਬੋਲ ਰਿਹਾ ਕਿਸੇ ਇੱਕ ਫਿਰਕੇ ਲਈ ਨਹੀਂ, ਮੈਂ ਬੋਲਣਾ ਪਿਆ ਸਾਰਿਆਂ ਵਾਸਤੇ ਸਾਂਝਾ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਪਿਆਰਿਓ, ਕਦੀ ਸੋਚੋ ਰੱਬ ਦੀ ਬਣਾਈ ਦਾਤ ਸੂਰਜ ਹੈ ਕਿ ਮੈਂ ਕਬਜ਼ਾ ਕਰਕੇ ਕਹਾਂਗਾ ਸੂਰਜ ਪੂਰਬ ਵੱਲੋਂ ਨਿਕਲਦਾ ਸੀ, ਪੱਛਮ ਵਾਲਿਆਂ ਨੂੰ ਰੋਸ਼ਨੀ ਨਹੀਂ ਦੇਣੀ। ਸੂਰਜ ਕਹੇਗਾ ਤੇਰੀ ਅਗਿਆਨਤਾ ਹੈ, ਮੈਂ ਸੰਕੀਰਨਤਾ ਚ ਨਹੀਂ ਪਾਉਂਦਾ। ਉਹ ਸੂਰਜ ਸੰਕੀਰਨਤਾ ਤੋੜਦਾ। ਜਿਹੜਾ ਭਗਤੀ ਕਰਨ ਵਾਲਾ ਉਹ ਆਨੰਦ ਵਿੱਚ ਰਹਿੰਦਾ ਹੈ। ਅਗਲੀ ਗੱਲ ਮੈਂ ਜਿਹੜੀ ਕਰਨ ਲੱਗਾ, ਗੁਣਵੰਤਿਆਂ ਪਾਸ਼ਾਰ। ਹਾਲਾਂਕਿ ਬੰਦੇ ਦੀ ਖਿਮਾ ਕਰਿਓ, ਧਾਰਮਿਕ ਸ਼ਬਦ ਵਿੱਚ ਵੀ ਕੌਮੇ ਝਲਕਦੀ ਹੈ। ਜਦੋਂ ਮੈਂ ਕਹਿੰਦਾ ਮੈਂ ਬੜਾ ਗੁਣੀ ਆ, ਦੂਜੇ ਧਰਮ ਦਾ ਬੰਦਾ ਗੁਣੀ ਕਿਵੇਂ ਹੋ ਸਕਦਾ? ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਇਸ ਈਗੋ ਨੂੰ ਤੋੜ ਖਤਮ ਕਰ। ਤੈਨੂੰ ਕਿਤੇ ਵੀ ਪਰਮਾਤਮਾ ਦੇ ਗੁਣ ਗਾਉਣ ਵਾਲਾ ਮਿਲੇ, ਉਹਦਾ ਕੋਈ ਵੀ ਧਰਮ ਹੋਵੇ, ਤੂੰ ਉਹਦੇ ਕੋਲ ਬੈਠ ਕੇ ਰੱਬ ਦੀ ਗੱਲ ਸੁਣੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਗਤੀ ਕਰਨ ਵਾਲਾ ਉਹ ਸਭ ਗੁਣਵਾਨ ਲੋਕਾਂ ਦੇ ਚਰਨਾਂ ਦੀ ਛਾਂ ਬਣ ਕੇ ਰਹਿੰਦਾ ਹੈ। ਉਹ ਕਹਿੰਦਾ ਜਿਹੜਾ ਭਗਤੀ ਕਰਦਾ ਮੈਂ ਉਹਦੇ ਚਰਨਾਂ ਦੀ ਧੂੜ ਖਾਂ। ਆਓ ਥੋੜਾ ਜਿਹਾ ਮੈਂ ਬਾਣੀ ਚੋਂ ਬੇਨਤੀ ਕਰਾਂਗਾ। ਇੱਕ ਤਾਂ ਗੁਣ ਗ੍ਰਹਿਣ ਕਰਨ ਦੀ ਗੱਲ,
ਜਿਹੜਾ ਅਸਲ 'ਚ ਭਗਤ ਹੈ ਉਹ ਹਮੇਸ਼ਾ ਗੁਣ ਹੀ ਗ੍ਰਹਿਣ ਕਰਦਾ। ਇਹ ਥੋੜਾ ਜਿਹਾ ਮੈਂ ਜ਼ੋਰ ਇਸ ਗੱਲ ਤੇ ਦੇਣਾ ਚਾਹੁੰਦਾ, ਕਿਉਂਕਿ ਜਿੰਨੀ ਤੇਜ਼ੀ ਨਾਲ ਅੱਜ ਔਗਣ ਫੈਲਦਾ ਹੈ, ਇੰਨੀ ਰਫ਼ਤਾਰ ਨਾਲ ਲੋਕੀ ਗੁਣ ਨੂੰ ਅੱਗੇ ਨਹੀਂ ਲੈ ਕੇ ਜਾਂਦੇ। ਸੁਣੋ, ਅੱਜ ਤਾਂ ਇਲੈਕਟ੍ਰੋਨਿਕ ਮੀਡੀਆ ਆ ਗਿਆ ਨਾ ਜੀ, ਆ ਬਿਜਲਈ ਸਭ ਕੁਝ। ਇੱਕ ਬੰਦਾ ਗਲਤੀ ਕਰਦਾ ਹੈ, ਮੰਨ ਲਓ ਇੱਕ ਬੰਦੇ ਨੇ ਤੁਹਾਡੇ ਸ਼ਹਿਰ 'ਚ ਗਲਤੀ ਕੀਤੀ, ਮੇਰਾ ਖਿਆਲ ਉਹ ਗਲਤੀ ਕਰਨ ਵਾਲਾ ਜੇ ਘਰ ਨਹੀਂ ਪਹੁੰਚਦਾ ਤੇ ਪੂਰੇ ਮੁਲਕ ਨੂੰ ਪਤਾ ਲੱਗ ਜਾਂਦਾ, ਫੇਸਬੁੱਕ ਤੇ ਪਾਇਆ ਫਲਾਣੇ ਬੰਦੇ ਗਲਤੀ ਕੀਤੀ। ਔਗਣ ਹੈ ਨਾ ਜੀ, ਕਿੰਨੀ ਤੇਜ਼ੀ ਨਾਲ ਅੱਗੇ ਵਧਿਆ। ਪਰ ਕਦੀ ਕਿਤੇ ਉਹ ਗੁਣ ਵੀ ਇੰਨੀ ਤੇਜ਼ੀ ਨਾਲ ਵੱਧਦੇ ਦੇਖੇ ਨੇ, ਕਿਉਂਕਿ ਬੰਦੇ ਦੀ ਬਿਰਤੀ ਔਗਣ ਇਕੱਠੇ ਕਰਨ ਦੀ ਬਣ ਗਈ ਹੈ, ਗੁਣ ਇਕੱਠੇ ਕਰਨ ਦੀ ਨਹੀਂ। ਕਿਸੇ ਬੰਦੇ ਦੇ ਔਗਣਾਂ ਨੂੰ ਜਿੰਨਾ ਭੰਡਿਆ ਜਾਂਦਾ ਹੈ, ਕਦੀ ਗੁਣ ਵਾਲੇ ਦੇ ਗੁਣਾਂ ਦੀ ਚਰਚਾ ਕਰੋ ਤੇ ਦੁਨੀਆ ਦਾ ਸਾਰਾ ਮਾਹੌਲ ਹੀ ਚੇਂਜ ਹੋ ਜਾਏ। ਫਿਰ ਬੇਨਤੀ ਸੁਣਾ, ਭਗਤੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਨੰਦ 'ਚ ਰਹਿੰਦਾ ਹੈ ਤੇ ਗੁਣ ਵਾਲਿਆਂ ਦੀ ਚਰਨਾਂ ਦੀ ਧੂੜ ਬਣਦਾ ਹੈ। ਤੇ ਅਰਜ਼ ਕਰਾਂ, ਗੁਣ ਕਿਤੋਂ ਵੀ ਮਿਲੇ। ਇੱਕ ਗੁਣ ਹੈ ਦੁਨਿਆਵੀ, ਮੰਨ ਲਓ ਕੋਈ ਪੜ੍ਹਨਾ ਸਿੱਖਣਾ ਚਾਹੁੰਦਾ ਹੈ, ਕਿਸੇ ਪ੍ਰੋਫੈਸਰ ਟੀਚਰ ਕੋਲ ਜਾ ਕੇ ਗੁਣ ਲੈਂਦਾ। ਕੋਈ ਮਕੈਨੀਕਲ ਕੋਈ ਚੀਜ਼ ਸਿੱਖਣੀ ਚਾਹੁੰਦਾ ਹੈ ਮਸ਼ੀਨ ਦੀ, ਉਹ ਕਿਸੇ ਮਿਸਤਰੀ ਕੋਲ ਜਾ ਕੇ ਗੁਣ ਲੈਂਦਾ। ਕੋਈ ਤਾਲੀਮ ਵੱਖ-ਵੱਖ ਥਾਵਾਂ ਤੋਂ ਗੁਣ ਲੈਂਦੇ। ਪਰ ਜਿਹੜੇ ਗੁਣ ਦੀ ਮੈਂ ਗੱਲ ਕਰ ਲੱਗਾ, ਇਹ ਰੂਹਾਨੀਅਤ ਦਾ ਗੁਣ ਹੈ। ਤੈਨੂੰ ਕਿਤੇ ਵੀ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਗੁਣਵਾਨ ਮਿਲੇ, ਉਹਦੇ ਚਰਨਾਂ ਦੀ ਧੂੜ ਬਣ ਕੇ ਤੂੰ ਗੁਣ ਮੰਗ ਲਈ। ਫਿਰ ਸੁਣੋ, ਜਿਹੜੇ ਗੁਣ ਨੇ ਇਹ ਇਸ ਤਰ੍ਹਾਂ ਬਣਨਗੇ ਜਿਵੇਂ ਤੁਹਾਡੇ ਸਾਡੇ ਸੱਕੇ ਭਰਾ ਨੇ। ਜਿੰਨੇ ਔਗਣ ਨੇ ਪਿਆਰਿਓ, ਇਹ ਔਗਣ ਇਸ ਤਰ੍ਹਾਂ ਹੋਣਗੇ ਕਿ ਜਿਵੇਂ ਮਾਨੋ ਸਾਡੇ ਪੈਰਾਂ ਵਿੱਚ ਜੰਜੀਰਾਂ ਪਈਆਂ। ਔਗਣ ਜੰਜੀਰ ਨੇ ਤੇ ਗੁਣ ਵੀਰ ਨੇ। ਮਹਾਰਾਜ ਜੀ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ। ਹਜ਼ੂਰ ਨੇ ਫਰਮਾਇਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਸੱਚਮੁੱਚ ਉਹ ਜੰਜੀਰਾਂ ਨੇ, ਪਰ ਜਿਹੜੇ ਗੁਣ ਨੇ ਉਹ ਭਰਾ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿੰਦੇ ਨੇ ਜੇ ਤੇਰੇ ਕੋਲ ਗੁਣ ਹੋਵੇਗਾ, ਸੱਚ ਐਵੇਂ ਗੁਣ ਭਰਾਵਾਂ ਦੀ ਤਰ੍ਹਾਂ ਵੀਰ ਦੀ ਤਰ੍ਹਾਂ ਨੇ। ਔਗਣ ਜਿਹੜੇ ਨੇ ਉਹ ਜੰਜੀਰ ਦੀ ਤਰ੍ਹਾਂ ਔਗਣ ਬਣਦੇ ਨੇ ਤੇ ਗੁਣ ਜਿਹੜੇ ਨੇ ਉਹ ਭਰਾਵਾਂ ਦੀ ਤਰ੍ਹਾਂ ਛਡਾ ਦਿੰਦੇ ਨੇ। ਅਗਲੀ ਬੇਨਤੀ, ਕਿਤੇ ਵੀ ਜਾਓ, ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਦੇ ਮੈਂ ਇੱਕ ਸ਼ਬਦ ਲੈ ਲੈਣਾ ਸੂਈ ਰਾਗ 'ਚ। ਕਿਸੇ ਬੰਦੇ ਕੋਲ ਵੀ ਕੋਈ ਗੁਣ ਹੈ ਨਾ, ਯਤਨ ਕਰੋ ਉਸ ਗੁਣ ਨੂੰ ਗ੍ਰਹਿਣ ਕਰ ਲਈਏ। ਔਗਣ ਇਕੱਠੇ ਕਰਾਂਗੇ ਤੇ ਜ਼ਿੰਦਗੀ ਤਬਾਹ ਹੋ ਜਾਏਗੀ। ਜਿਹੜਾ ਬੰਦਾ ਲੋਕਾਂ ਦੇ ਔਗਣ ਫੋਲਦਾ ਹੈ, ਚੇਤੇ ਰੱਖਿਓ ਉਹਦੇ ਅੰਦਰ ਵੀ ਔਗਣਾਂ ਦੀ ਪਰਮਾਰ ਹੋ ਜਾਂਦੀ। ਜਿਹੜਾ ਇਨਸਾਨ ਗੁਣਾਂ ਦੀ ਗੱਲ ਕਰਦਾ ਹੈ, ਗੁਣਵੰਤਿਆਂ ਦੀ ਗੱਲ ਕਰਦਾ ਹੈ, ਮੈਂ ਬੇਨਤੀ ਕਰਾਂ, ਗੁਣ ਗ੍ਰਹਿਣ ਕਰਨ ਵਾਲਾ ਇੱਕ ਦਿਨ ਗੁਣਾਂ ਨਾਲ ਭਰਪੂਰ ਹੋ ਜਾਂਦਾ। ਥੋੜਾ ਜਾਓ, ਇੱਥੇ ਮੈਂ ਇੱਕ ਪ੍ਰਮਾਣ ਦੇਣਾ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਹੈ, ਉਹ ਸ਼ਬਦ ਹੈ, ਹਜ਼ੂਰ ਨੇ ਫਰਮਾਇਆ ਕਿ ਸਾਂਝ ਕਰੀਜੈ ਗੁਣਾ ਕੇਰੀ ਵਾਲਾ। ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਜੇ ਮੰਨ ਲਓ ਕਿਤੇ ਪਤਾ ਲੱਗ ਗਿਆ ਕਿਸੇ ਕੋਲ ਗੁਣ ਹੈ ਤੇ ਆਪਾਂ ਉਸ ਗੁਣ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਭਗਤ ਉਹਦੇ ਅੰਦਰ ਈਗੋ ਹੀ ਕੋਈ ਨਹੀਂ। ਉਹ ਕਹਿੰਦਾ ਜੇ ਰੱਬ ਕਹਿਣ ਵਾਲੇ ਕੋਲ ਗੁਣ ਹੈ, ਮੈਂ ਉਹਦੇ ਕੋਲ ਵੀ ਜਾ ਕੇ ਬੈਠ ਜਾਵਾਂ। ਪਰ ਅੱਜ ਅਸੀਂ ਨਹੀਂ ਬਹਿ ਸਕਦੇ। ਮੰਨ ਲਓ ਇੱਕ ਬੰਦਾ ਕੋਈ ਦਰਵੇਸ਼ ਪਖੰਡੀ ਨਾ ਹੋਵੇ, ਜੋ ਅੱਲਾਹੂ ਅਕਬਰ ਕਹਿ ਰਿਹਾ ਹੈ, ਮੇਰਾ ਖਿਆਲ ਜੇ ਮੇਰੇ ਵਰਗਾ ਬੈਠ ਜਾ, ਲੋਕੀ ਸਿੱਖ ਡਾਂਗਾ ਮਾਰਨਗੇ ਮੈਨੂੰ। ਕਿਉਂਕਿ ਗੁਣਵੰਤਿਆਂ ਪਛਾਰ, ਗੁਣਾਂ ਵਾਲਿਆਂ ਦੇ ਚਰਨਾਂ ਦੀ ਧੂੜ ਬਣਨਾ। ਸਤਿਗੁਰੂ ਕਹਿੰਦੇ ਨੇ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਿਹੋ ਜੀ ਕਰ? ਪਹਿਲਾ ਬਚਨ ਕੀਤਾ, ਕਹਿੰਦੇ ਨੇ ਮੰਨ ਲਓ ਇੱਕ ਡੱਬਾ ਸਾਨੂੰ ਮਿਲ ਗਿਆ, ਇੱਕ ਬਕਸਾ ਮਿਲ ਜਾਏ, ਉਹਦੇ ਵਿੱਚ ਸੁਗੰਧੀ ਭਰੀ ਪਈ ਹੈ ਤੇ ਤੇਰਾ ਫਰਜ਼ ਬਣਦਾ ਹੈ ਤੂੰ ਉਸ ਡੱਬੇ ਨੂੰ ਖੋਲ। ਜਿਹੜੀ ਉਹਦੇ ਵਿੱਚ ਸੁਗੰਧੀ ਸਮੈਲ ਹੈ, ਉਹਦੇ ਵਿੱਚੋਂ ਤੂੰ ਕੁਝ ਰਸ ਲੈ ਲੈ। ਇਹਦਾ ਭਾਵ ਇਹ ਵੇ, ਇੱਕ ਬੰਦਾ ਨੇਕੀਆਂ ਦਾ ਡੱਬਾ ਹੈ, ਉਹਦੇ ਕੋਲ ਚੰਗੇ ਗੁਣ ਇੰਨੇ ਕੁ ਨੇ, ਪੁੱਛੋ ਕੁਝ ਨਾ। ਤੂੰ ਇੱਕ ਕੰਮ ਕਰ, ਜਿਵੇਂ ਡੱਬੇ ਵਿੱਚ ਸੁਗੰਧੀ ਹੋਵੇ, ਉਹਨੂੰ ਖੋਲ ਕੇ ਸਮੈਲ ਲੈ ਲਈ ਦੀਏ। ਜੇ ਬੰਦਗੀ ਕਰਨ ਵਾਲਾ ਤੈਨੂੰ ਕੋਈ ਮਿਲ ਜਾਏ, ਪਿਆਰਿਆ, ਤੂੰ ਉਹਦੇ ਕੋਲ ਬੈਠ ਕੇ ਨਾਮ ਦੀ ਸੁਗੰਧੀ ਲੈ। ਤੇ ਜੇ ਤੈਨੂੰ ਪਿਆਸ ਲੱਗੀ, ਮੰਨ ਲਓ ਪਾਣੀ ਇੱਕ ਸਰੋਵਰ ਵਿੱਚ ਭਰਿਆ ਪਿਆ, ਉੱਤੇ ਉਹਦੇ ਹਰੇ ਰੰਗ ਦਾ ਬੂਰ ਆ ਗਿਆ, ਜਾਲਾ ਆ ਗਿਆ। ਜਿਹਨੂੰ ਪਿਆਸ ਲੱਗੀ ਹੁੰਦੀ ਏ, ਉਹ ਜਾਲੇ ਨੂੰ ਪਾਸੇ ਕਰ ਦਿੰਦਾ ਹੱਥਾਂ ਨਾਲ ਝੋਲ ਕੇ,
ਤੇ ਅੰਦਰੋਂ ਪਾਣੀ ਦੀਆਂ ਬੁੱਕਾਂ ਭਰ ਕੇ ਪੀ ਲੈਂਦਾ। ਉਹ ਜਾਲਾ ਨਹੀਂ ਦੇਖਦਾ। ਜੇ ਤੂੰ ਗੁਣ ਲੈਣੇ ਨੇ, ਔਗਣਾ ਨੂੰ ਝੋਲ ਕੇ ਪਰਾਂ ਕਰ ਦੇ। ਪਿਆਸ ਲੱਗੀ ਹੋਵੇ, ਬੰਦੇ ਕਾਈ ਵੱਲ ਧਿਆਨ ਨਹੀਂ ਦਿੰਦੇ, ਉੱਪਰ ਪਾਣੀ ਦੇ ਆਏ ਹੋਏ ਬੂਰ ਨੂੰ ਨਹੀਂ ਦੇਖਦੇ। ਉਹ ਇੱਕ ਪਾਸੇ ਹੱਥਾਂ ਨਾਲ ਕਰਕੇ ਥੱਲਿਓਂ ਨਿਰਮਲ ਨੀਰ ਕੱਢ ਕੇ ਬੁੱਕ ਭਰ ਕੇ ਪੀ ਲੈਂਦੇ ਨੇ। ਉਹ ਤੂੰ ਜਿੱਥੇ ਵੀ ਜਾ, ਔਗਣਾ ਨੂੰ ਇੱਕ ਪਾਸੇ ਕਰ ਦੇ, ਗੁਣਾ ਦੀ ਬੁੱਕ ਭਰ ਕੇ ਆਪਣੀ ਜ਼ਿੰਦਗੀ 'ਚ ਧਾਰਨ ਕਰ ਲੈ। ਮਹਾਰਾਜ ਜੀ ਦੇ ਬਚਨ ਨੇ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਵਾਸੁਲਾ ਮੀਨਸ ਡੱਬਾ, ਪੈਕਟ ਜਿਹਦੇ ਵਿੱਚ ਮੰਨ ਲਓ ਕਿ ਸੁਗੰਧੀ ਭਰੀ ਪਈ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਗੁਣਵੰਤਿਆਂ ਪਾਸ਼ਾਰ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਤੂੰ ਸਾਂਝ ਗੁਣਾ ਦੀ ਕਰ, ਔਗਣਾ ਤੋਂ ਤੂੰ ਕੀ ਲੈਣਾ। ਪਰ ਅੱਜ ਮੈਂ ਫਿਰ ਬੇਨਤੀ ਕਰਦਿਆਂ, ਜਿੰਨੀ ਬੰਦੇ ਦੀ ਨੈਗੇਟਿਵ ਅਪਰੋਚ ਅੱਜ ਹੈ, ਸ਼ਾਇਦ ਪਹਿਲਾਂ ਇੰਨੀ ਨੈਗੇਟਿਵ ਅਪਰੋਚ ਕਦੀ ਤੁਸੀਂ ਦੇਖੀ ਹੋਵੇ। ਇਹ ਸੋਚਦੀ ਬੜਾ ਗਲਤ ਹੈ। ਕਦੀ ਕਿਸੇ ਬੰਦੇ ਦੀ ਸਿਫਤ ਬਰਦਾਸ਼ਤ ਨਹੀਂ ਕਰ ਸਕਦਾ। ਸੱਚੀ ਗੱਲ ਜੀ, ਬਾਬੇ ਨੇ ਹੀ ਕਿਹਾ, ਕਹਿਣ ਲੱਗੇ ਮੁਸਲਮਾਨ ਕੋਲ ਹਿੰਦੂ ਦੀ ਸਿਫਤ ਕਰੋ, ਬਰਦਾਸ਼ਤ ਨਹੀਂ ਕਰਦਾ। ਹਿੰਦੂ ਕੋਲ ਮੁਸਲਮਾਨ ਦੀ ਕਰੋ, ਕਿਵੇਂ ਸੁਣੇਗਾ। ਜੋਗੀ ਕੋਲ ਕਿਸੇ ਗ੍ਰਸਤੀ ਦੀ ਕਰੋ, ਕਿਵੇਂ ਸੁਣੇਗਾ। ਕਹਿੰਦੇ ਨੇ ਜਿਹੜਾ ਰੱਬ ਦਾ ਅਸਲੀ ਭਗਤ ਹੈ, ਉਹਨੂੰ ਕਿਸੇ ਫਿਰਕੇ ਵਿੱਚ ਵੀ ਗੁਣਵਾਨ ਮਿਲ ਜਾਓ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ। ਉਹ ਗੁਣਾਂ ਦੀ ਸਾਂਝ ਪਾਉਂਦਾ। ਮੈਂ ਤੇ ਇੱਕ ਉਦਾਹਰਨ ਦੇਣ ਲੱਗਾ। ਦੇਖੋ, ਇਸ ਦੁਨੀਆ 'ਚ ਸਭ ਅੱਛਾ ਨਾ ਪਹਿਲਾਂ ਸੀ, ਨਾ ਹੈ, ਤੇ ਮੇਰੀ ਅਨਪੜਤਾ ਨਾ ਸਮਝੋ, ਨਾ ਸਭ ਅੱਛਾ ਅੱਗੇ ਹੋਣਾ। ਹਰ ਜੁਗ ਜੁਗ ਭਗਤ ਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਤੇ ਚੇਤੇ ਰੱਖਿਓ, ਜੇ ਜੁਗ ਜੁਗ ਭਗਤ ਪੈਦਾ ਹੋਇਆ ਤੇ ਜੁਗ ਜੁਗ ਦੁਸ਼ਟ ਵੀ ਪੈਦਾ ਹੋਇਆ ਹੈ। ਇਹ ਨਾਲ ਹੀ ਤੁਰਿਆ ਹੁੰਦਾ। ਇਸਲਾਮੀ ਤੇ ਈਸਾਈਅਤ ਕਹਿੰਦੀ ਹੈ ਕਿ ਰੱਬ ਨੇ ਪਹਿਲਾਂ ਇਨਸਾਨ ਪੈਦਾ ਕੀਤਾ। ਮੈਂ ਕਹਿੰਦਾ, ਰੱਬ ਨੇ ਇਨਸਾਨ ਤੋਂ ਪਹਿਲਾਂ ਸ਼ੈਤਾਨ ਨਾ ਪੈਦਾ ਕਰ ਦਿੱਤਾ, ਜਿਨੇ ਇਨਸਾਨ ਨੂੰ ਭਟਕਾ ਦਿੱਤਾ। ਸ਼ੈਤਾਨ ਤੇ ਇਨਸਾਨ ਦੇ ਨਾਲ ਤੁਰਿਆ ਹੁੰਦਾ। ਕਦੀ ਇਸ ਨੂੰ ਭੁਲਾ ਸਕਨੇ ਅਸੀਂ। ਜੇ ਇਨਸਾਨ ਹੈ ਨਾਲ ਸ਼ੈਤਾਨ ਹੈ, ਜੇ ਪ੍ਰਹਿਲਾਦ ਹੈ ਨਾਲ ਹਰਨਾਕਸ਼ ਹੈ, ਜੇ ਕ੍ਰਿਸ਼ਨ ਜੀ ਆਏ ਨੇ ਤੇ ਕੰਸ ਨਾਲ ਪਹਿਲਾਂ ਬੈਠੇ, ਜੇ ਸ਼੍ਰੀ ਰਾਮਚੰਦਰ ਜੀ ਨੇ ਤੇ ਰਾਵਣ ਪਹਿਲਾਂ ਬੈਠਾ, ਜੇ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੁੰਦਾ ਤੇ ਪਾਪ ਦੀ ਜੰਜ ਦਾ ਲਾੜਾ ਬਾਬਰ ਵੀ ਦੁਨੀਆ ਤੇ ਆ ਰਿਹਾ। ਇਹ ਸੰਸਾਰ ਦੀ ਖੇਡ, ਪਰ ਅਸੀਂ ਕਿਵੇਂ ਵਰਤਣਾ ਸੰਸਾਰ 'ਚ। ਫਿਰ ਬੇਨਤੀ ਕਿ ਜੇ ਗੁਣ ਹੋਵਣ ਸਾਂਝਣਾ, ਭਗਤੀ ਕਰਨ ਵਾਲਾ ਕਹਿੰਦਾ ਜੇ ਕਿਸੇ 'ਚ ਗੁਣ ਉਹਨੂੰ ਗ੍ਰਹਿਣ ਕਰ ਲੈ। ਇੱਥੇ ਮੈਂ ਇੱਕ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਰਚਨਾ ਵਿੱਚੋਂ ਇੱਕ ਬੇਨਤੀ ਕਰਨੀ ਚਾਹਾਂਗਾ। ਤੁਸੀਂ ਇਕਾਗਰਤਾ ਨਾਲ ਮੇਰੀ ਬੇਨਤੀ ਸੁਣਿਓ, ਮੈਂ ਸਬਜੈਕਟ ਨੂੰ ਅੱਜ ਪੂਰਿਆਂ ਕਰ ਸਕਾਂ। ਉਹ ਕਹਿੰਦੇ ਹਰ ਚੀਜ਼ ਨੂੰ ਦੇਖਣ ਦਾ ਆਪੋ ਆਪਣਾ ਨਜ਼ਰੀਆ। ਮੇਰਾ ਖਿਆਲ ਕਾਫੀ ਬੰਦੇ ਐਸੇ ਨੇ ਜਿਹੜੇ ਹਮੇਸ਼ਾ ਕਿਸੇ ਚੀਜ਼ ਨੂੰ ਦੇਖ ਕੇ ਉਹਦੇ ਔਗਣ ਹੀ ਕੱਢਦੇ ਨੇ, ਆਲੋਚਨਾ ਕਰਦੇ ਨੇ। ਹਾਲਾਂਕਿ ਸਾਹਿਤ ਵਿੱਚ ਆਲੋਚਨਾ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਲਿਟਰੇਰੀ ਬੰਦਿਆਂ ਨੂੰ ਪਤਾ ਹੈ ਕਿ ਆਲੋਚਨਾ ਵੀ ਇੱਕ ਪੱਖ ਹੈ, ਪਰ ਪੜ੍ਹਿਆਂ ਲਿਖਿਆਂ ਦੀ ਆਲੋਚਨਾ ਉਸਾਰੂ ਹੋਵੇ। ਨੁਕਤਾ ਚੀਨੀ ਤੇ ਨਿੰਦਿਆ ਦੋ ਸ਼ਬਦ ਨੇ, ਪਰ ਨਿੰਦਿਆ ਵਿੱਚ ਤੇ ਨੁਕਤਾ ਚੀਨੀ 'ਚ ਫਰਕ ਹੈ। ਆਪਾਂ ਕਹਾਂਗੇ ਜੀ ਇਹ ਕਿਵੇਂ। ਨੁਕਤਾ ਚੀਨੀ ਉਸਾਰੂ ਕੰਮ ਪੈ ਕਰਦੀ ਏ, ਤੇ ਨਿੰਦਿਆ ਜਿਹੜੀ ਉਹ ਹਰ ਚੀਜ਼ ਨੂੰ ਖੰਡਨ ਕਰੀ ਜਾਂਦੀ। ਨੁਕਤਾ ਮੀਨਸ, ਉਰਦੂ ਵਿੱਚ ਨੁਕਤਾ ਸੀ ਇੱਕ ਬਿੰਦੀ ਨੂੰ ਕਹਿੰਦੇ, ਜੇ ਮੰਨ ਲਓ ਇੱਕ ਟਿੱਪੀ ਬਿੰਦੀ ਲਾਈਏ ਨਾ ਜੀ, ਉਹਨੂੰ ਕਹਿੰਦੇ ਨੁਕਤਾ। ਨੁਕਤਾ ਚਿੰਨਣਾ ਕੋਈ ਮਾੜੀ ਗੱਲ ਨਹੀਂ, ਨਿੰਦਿਆ ਕਰਨੀ ਮਾੜੀ ਗੱਲ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਇੱਕ ਆਦਮੀ ਦੀਵਾਰ ਦੇ ਉੱਤੇ ਰੰਗ ਕਰ ਰਿਹਾ, ਪੇਂਟ ਕਰ ਰਿਹਾ, ਤੇ ਆਰਕੀਟੈਕਟ ਆਇਆ, ਰੰਗਾਂ ਦੀ ਸਮਝ ਰੱਖਣ ਵਾਲਾ ਆਇਆ। ਉਹਨੇ ਸਾਰੀ ਦੀਵਾਰ ਨੂੰ ਧਿਆਨ ਨਾਲ ਦੇਖਿਆ, ਪਰ ਉਹਨੇ ਆਪਣੇ ਹੱਥ 'ਚ ਇੱਕ ਪੈਨ ਲੈ ਲਿਆ। ਦੀਵਾਰ ਦੀਆਂ ਕੁਝ ਥਾਵਾਂ ਤੇ ਉਹ ਵ੍ਰਿਤਾਕਾਰ ਨਿਸ਼ਾਨ ਪਾਈ ਜਾਂਦਾ ਹੈ ਗੁਲਾਈ 'ਚ, ਤੇ ਨਾਲ ਕਹੀ ਜਾਂਦਾ ਇਹਨੂੰ ਧਿਆਨ ਨਾਲ ਦੇਖ ਲਾਈਟ ਬਾਲ ਕੇ, ਇੱਥੇ ਤੇਰਾ ਰੰਗ ਸਹੀ ਨਹੀਂ ਹੋਇਆ। ਉਹ ਨੁਕਤੇ ਦੱਸੀ ਜਾਂਦਾ, ਇਹ ਥਾਂ ਠੀਕ ਨਹੀਂ, ਆ ਠੀਕ ਹੈ। ਪਿਆਰਿਓ, ਉਹਦੇ ਨੁਕਤੇ ਦੀਵਾਰ ਲਈ ਚੰਗੇ ਨੇ, ਕਿਉਂਕਿ ਜਿੰਨਾ ਥਾਵਾਂ ਤੇ ਰੰਗ ਸਹੀ ਨਹੀਂ ਆਇਆ, ਉਹ ਨੁਕਤੇ ਚੀਨ ਚੀਨ ਕੇ ਨਿਸ਼ਾਨ ਲਾ ਲਾ ਕੇ ਕਹਿ ਰਿਹਾ ਇਹਨੂੰ ਦੁਬਾਰਾ ਰੰਗ ਕਰ। ਤੇ ਮੇਰੇ ਵਰਗਾ ਮੂਰਖ ਹੈ ਕਿ ਉਹ ਰੰਗ ਕਾਹਦਾ ਕੀਤਾ, ਢਾ ਦੇ ਸਾਰੀ ਦੀਵਾਰ। ਚੇਤੇ ਰੱਖਿਓ, ਦੀਵਾਰ ਨੂੰ ਢਾਣ ਦੀ ਗੱਲ ਕਰਨਾ ਨਿੰਦਿਆ ਹੈ, ਦੀਵਾਰ ਵਿੱਚ ਪਏ ਹੋਏ ਨੁਕਸ ਨੂੰ ਸਹੀ ਕਰਨਾ ਇਹ ਨੁਕਤਾ ਚਿੰਨਣਾ ਹੈ। ਫਿਰ ਸਮਝੋ ਧਿਆਨ ਨਾਲ, ਨੁਕਤੇ ਨੂੰ ਚੀਨ,
ਨੁਕਤਾਚੀਨ ਵਿਦਵਾਨ ਹੋ ਸਕਦਾ ਹੈ, ਚੇਤੇ ਰੱਖਿਓ ਨਿੰਦਕ ਮੂਰਖ ਵੀ ਹੋ ਸਕਦਾ। ਮੂਰਖ ਬੰਦਾ ਨੁਕਤਾਚੀਨ ਨਹੀਂ ਹੋ ਸਕਦਾ। ਹਾਲਾਂ ਭਾਵੇਂ ਅਸੀਂ ਕਈ ਕਹਿ ਦਿੰਦੇ ਆ ਇਹ ਫਲਾਣਾ ਬੰਦਾ ਬੜਾ ਨੁਕਤਾਚੀਨੀ ਕਰਦਾ ਜੇ, ਨਹੀਂ ਨਹੀਂ, ਉਹ ਨਿੰਦਿਆ ਕਰ ਰਿਹਾ ਹੁੰਦਾ ਹੈ। ਨੁਕਤਾ ਚੀਨਣ ਵਾਸਤੇ ਵੀ ਗਿਆਨ ਚਾਹੀਦਾ ਹੈ। ਮੰਨ ਲਓ ਕਿਸੇ ਉਸਤਾਦ ਨੂੰ ਇੱਕ ਬੱਚਾ ਪੇਪਰ ਲਿਖਦਾ, ਟੀਚਰ ਪੇਪਰ ਦੇਖਦਾ, ਤੇ ਜਦੋਂ ਉਹ ਪੇਪਰ ਨੂੰ ਦੇਖ ਕੇ ਗੋਲ ਗਦਾਰੇ 'ਚ ਲਾਲ ਪੈਨ ਨਾਲ ਪਾਈ ਜਾਂਦਾ, ਮੈਨੂੰ ਦੱਸੋ ਮੂਰਖ ਸਾਹਮਣੇ ਤੁਸੀਂ ਪੇਪਰ ਰੱਖੋ, ਚੀਨ ਕੇ ਦੱਸੇਗਾ ਸਵਾਲ ਗਲਤ ਕਿਹੜਾ ਤੇ ਠੀਕ ਕਿਹੜਾ? ਕਿਉਂਕਿ ਕਿਸੇ ਦਾ ਸਵਾਲ ਗਲਤ ਦੱਸਣ ਵਾਸਤੇ ਵੀ ਗਿਆਨ ਹੋਣਾ ਚਾਹੀਦਾ। ਨਿੰਦਿਆ ਜਿਹੜੀ ਹੈ ਉਹਦੇ ਲਈ ਗਿਆਨ ਕੋਈ ਨਹੀਂ, ਬੰਦੇ ਦੀ ਬਦਖੋਈ ਕਰਨੀ ਹੈ ਨਾ। ਜਿਹੜਾ ਬੰਦਾ ਇੱਕ ਦਿਨ ਸਕੂਲ ਗਿਆ ਉਹ ਵੀ ਨਿੰਦਕ ਬਣ ਸਕਦਾ ਹੈ, ਪਰ ਨੁਕਤਾ ਉਹ ਚੀਨ ਸਕਦਾ ਜਿਹਨੂੰ ਨੁਕਤੇ ਬਾਰੇ ਜਾਣਕਾਰੀ ਹੈ। ਫਿਰ ਬੇਨਤੀ ਧਿਆਨ ਨਾਲ ਸੁਣੀ, ਗੁਣਾਂ ਦੇ ਗ੍ਰਾਹਕ ਬਣਦਾ ਹੈ ਭਗਤੀ ਕਰਨ ਵਾਲਾ। ਮੈਂ ਅਰਜ਼ ਕਰਾਂਗਾ ਕਿਤੇ ਵੀ ਗੁਣ ਮਿਲੇ ਉਹਨੂੰ ਅਸੀਂ ਗ੍ਰਹਿਣ ਕਰੀਏ, ਪਰ ਹਰ ਗੁਣ ਵਾਲੀ ਚੀਜ਼ ਵਿੱਚ ਕਿਤੇ ਨਾ ਕਿਤੇ ਔਗਣ ਜ਼ਰੂਰ ਦਿਸੇਗਾ। ਇਹ ਇਨਸਾਨ ਦਾ ਸੁਭਾਅ ਹੈ। ਮੈਂ ਤੁਹਾਨੂੰ 3 ਪ੍ਰਮਾਣ ਦੇਣਾ, ਬੜਾ ਸੌਖਾ ਸਮਝ ਪੈ ਜਾਗਾ। ਗੁਣਵੰਤਿਆਂ ਪਾਸ਼ਾ, ਇੱਕ ਮੋਰ ਕਾਲੀ ਕਟਾ ਚੜੀ, ਉਹਨੇ ਨੱਚਣਾ ਸ਼ੁਰੂ ਕਰ ਦਿੱਤਾ, ਪਹਿਲਾਂ ਪਾਣ ਲੱਗ ਪਿਆ। ਉਹ ਬੋਲਦਾ ਗਾਉਂਦਾ ਬੜਾ ਮਿੱਠਾ ਹੈ। ਵੇਖਣ ਵਾਲੇ ਨੇ ਕਿਹਾ ਵਾਹ ਪ੍ਰਮਾਤਮਾ, ਇਸ ਮੋਰ ਨੂੰ ਕਿਸੇ ਨੇ ਨ੍ਰਿਤ ਸਿਖਾਇਆ ਤੇ ਨਹੀਂ, ਕਿਸੇ ਅਕੈਡਮੀ ਵਿੱਚ ਮੋਰ ਨੂੰ ਨੱਚਣਾ ਨਹੀਂ ਸਿਖਾਇਆ ਜਾਂਦਾ। ਇਹ ਜਮਾਂਦਰੂ ਹੀ ਰੱਬ ਨੇ ਇੱਕ ਨ੍ਰਿਤ ਦਿੱਤਾ ਹੈ, ਜਦੋਂ ਬੱਦਲ ਚੜ੍ਹਦਾ ਤੇ ਨੱਚਣ ਲੱਗ ਪੈਂਦਾ। ਇਹ ਨ੍ਰਿਤ ਰੱਬ ਨੇ ਦਿੱਤਾ ਉਹਨੂੰ, ਉਹ ਮਿੱਠਾ ਗਲੇ ਤੋਂ ਗਾਉਣ ਲੱਗ ਪੈਂਦਾ। ਸੱਚ ਇਹ ਵੀ ਜਦੋਂ ਪੰਖ ਬਖੇਰ ਕੇ ਪਹਿਲਾਂ ਪਾਉਂਦਾ, ਉਹਦੇ ਖੰਭਾਂ ਨੂੰ ਦੇਖ ਕੇ ਕਹਿੰਦੇ ਆ ਵਾਹ ਰੱਬਾ, ਰੰਗ ਭਰਨ ਵਾਲੇ ਤਾਂ ਬੜੇ ਨੇ ਪਰ ਤੇਰੇ ਵਰਗਾ ਰੰਗ ਭਰਨ ਵਾਲਾ ਕੋਈ ਨਹੀਂ। ਇੱਕ ਵਾਰੀ ਰੰਗ ਭਰ ਦਿੱਤਾ, ਨਾ ਫੇਟ ਹੁੰਦਾ ਤੇ ਨਾ ਕਦੀ ਫਿੱਕਾ ਪੈਂਦਾ। ਰੱਬ ਇੱਕ ਚਿੱਤਰਕਾਰ ਹੈ। ਧਿਆਨ ਨਾਲ ਸੁਣਿਓ, ਗੁਣਾ ਵਾਲਾ ਕਹਿ ਰਿਹਾ ਹੈ ਨੱਚ ਬਹੁਤ ਸੋਹਣਾ ਰਿਹਾ ਮੋਰ, ਇਹਦੇ ਖੰਭਾਂ ਦਾ ਰੰਗ ਬੜਾ ਸੋਹਣਾ ਹੈ। ਗੁਣਾ ਵਾਲਾ ਕਹਿ ਰਿਹਾ ਇਹ ਗਾਂ ਬੜਾ ਸੋਹਣਾ ਰਿਹਾ ਹੈ। ਇੱਕ ਮੇਰੇ ਵਰਗਾ ਔਗਣ ਇਕੱਠੇ ਕਰਨ ਵਾਲਾ ਆ, ਉਹ ਕਹਿੰਦਾ ਇਹਦੇ ਖੰਭਾਂ ਦੀ, ਇਹਦੀ ਆਵਾਜ਼ ਦੀ, ਰੰਗ ਦੀ, ਗਾਉਣ ਦੀ, ਨੱਚਣ ਦੀ ਗੱਲ ਨਾ ਕਰੋ, ਇਹਦੇ ਪੈਰ ਵੇਖੋ ਕਿੰਨੇ ਗੰਦੇ ਨੇ। ਚੇਤੇ ਰੱਖਿਓ ਗੁਣ ਵਾਲੇ ਨੂੰ ਗਲਾ ਤੇ ਖੰਭ ਦਿਸਦਾ ਹੈ, ਔਗਣ ਇਕੱਠੇ ਕਰਨ ਵਾਲਾ ਪੈਰਾਂ ਵਾਲੇ ਪਾਸੇ ਨੂੰ ਦੇਖੀ ਜਾ ਰਿਹਾ। ਮੋਰ ਤਾਂ ਇੱਕੋ ਹੀ ਹੈ ਨਾ, ਨਜ਼ਰੀਆ ਦੋ ਦਾ ਵੱਖ ਹੈ। ਫਿਰ ਬੇਨਤੀ ਸੁਣਿਓ, ਅੱਜ ਇਹ ਸਾਡੇ ਸਮਾਜ ਦਾ ਹਾਲ ਹੈ। ਅਸੀਂ ਕਿਸੇ ਬੰਦੇ ਦੇ 99% ਗੁਣ ਨਹੀਂ ਦੇਖਦੇ, 1% ਉਹਦਾ ਔਗਣ ਦੇਖਨੇ ਗਾ। ਔਗਣ ਨੂੰ ਅੱਗੇ ਲੈ ਕੇ ਤੁਰਨੇ ਆ। ਪਰ ਭਗਤੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਸਾ ਨਹੀਂ, ਉਹ ਆਨੰਦ ਵਿੱਚ ਰਹਿੰਦਾ ਤੇ ਗੁਣਾ ਵਾਲਿਆਂ ਦੇ ਚਰਨਾਂ ਦੀ ਧੂੜ। ਗੁਰੂ ਕਹਿੰਦਾ ਤੂੰ ਖੰਭ ਦੇਖ, ਤੂੰ ਉਹਦਾ ਨ੍ਰਿਤ ਦੇਖ, ਤੂੰ ਉਹਦੀ ਆਵਾਜ਼ ਦੇਖ, ਤੂੰ ਉਹਦੀਆਂ ਅੱਖਾਂ ਦੇਖ, ਤੂੰ ਉਹਦੇ ਪੈਰਾਂ ਨੂੰ ਦੇਖ ਕੇ ਉਹਨੂੰ ਨਿੰਦ ਨਾ। ਮੈਂ ਦੂਸਰੀ ਬੇਨਤੀ ਕਰਾਂ, ਅਸੀਂ ਦੇਖਨੇ ਆ ਪਾਣੀ ਖਲੋਤਾ ਹੈ ਛੱਪੜ ਵਿੱਚ, ਟੋਬੇ ਵਿੱਚ ਜਾਂ ਪੋਖਰ ਵਿੱਚ, ਉਹਦੇ ਵਿੱਚੋਂ ਕਮਲ ਦਾ ਫੁੱਲ ਪੈਦਾ ਹੋ ਗਿਆ। ਹੁਣ ਕਮਲ ਦਾ ਫੁੱਲ ਚਿੱਕੜ ਵਿੱਚੋਂ ਪੈਦਾ ਹੋਇਆ, ਸਾਨੂੰ ਸਭ ਨੂੰ ਪਤਾ। ਇੱਕ ਗੁਣ ਲੈਣ ਵਾਲਾ ਕਹਿੰਦਾ ਵਾਹ ਪ੍ਰਮਾਤਮਾ, ਇਹ ਕਮਲ ਦਾ ਫੁੱਲ ਚਿੱਕੜ ਵਿੱਚੋਂ ਗੁਣ ਲੈ ਗਿਆ, ਸੁਗੰਧੀ ਲੈ ਗਿਆ, ਸਮੈਲ ਲੈ ਗਿਆ, ਕੋਮਲਤਾ ਲੈ ਗਿਆ। ਪਿਆਰਿਓ ਚੇਤੇ ਰੱਖਿਓ, ਜਿਹੜਾ ਗੁਣ ਦੇਖਦਾ ਉਹ ਫੁੱਲ ਦੀ ਸਿਫਤ ਕਰਦਾ ਹੈ, ਜਿਹੜਾ ਔਗਣਾਂ ਨਾਲ ਭਰਿਆ ਕਹਿੰਦਾ ਕਾਹਦੀਆਂ ਸਿਫਤਾਂ ਕਰਦੇ, ਇਹਦੀਆਂ ਜੜਾਂ ਤਾਂ ਵੇਖ ਗੰਦੇ ਚਿੱਕੜ ਵਿੱਚ ਗਲੋਤਾ ਹੋਇਆ। ਫੁੱਲ ਇੱਕੋ ਹੀ। ਅਗਲੀ ਬੇਨਤੀ ਕਰਾਂ, ਇੱਕ ਚੰਦਨ ਨੂੰ ਵੇਖ ਕੇ ਕਹਿੰਦਾ ਇਹਦੇ ਸੁਗੰਧੀ, ਕਿੰਨਾ ਰੱਬ ਨੇ ਗੁਣ ਦਿੱਤਾ ਹੈ, ਤੇ ਦੂਜਾ ਕਹਿੰਦਾ ਕਾਹਦੀ ਸੁਗੰਧੀ, ਇਹਦੀਆਂ ਟਾਹਣੀਆਂ ਤੇ ਝਾਤੀ ਮਾਰ ਕੇ ਦੇਖ ਜ਼ਰੀਲੇ ਸੱਪ ਇਹਨੂੰ ਚੰਬੜੇ ਹੋਏ। ਇਹ ਨੇੜਤਾ ਕਿੰਨਾ ਨੇ ਰੱਖਦਾ। ਚੰਦਨ ਦੇ ਜਿਨ੍ਹਾਂ ਨੇ ਗੁਣ ਲੈਣਾ ਉਹਨਾਂ ਨੂੰ ਸੁਗੰਧੀ ਦਿਸਦੀ ਏ। ਪਿਆਰਿਓ ਜਿਨ੍ਹਾਂ ਨੇ ਔਗਣ ਲੈਣੇ ਉਹਨਾਂ ਨੂੰ ਸੱਪ ਦਿਸਦੇ। ਜਿਨੇ ਕਮਲ ਕੋਲੋਂ ਗੁਣ ਲੈਣਾ ਉਹਨੂੰ ਕੋਮਲਤਾ, ਸੁਗੰਧੀ, ਮੁਲਾਇਮਤਾ ਦਿਸਦੀ ਏ। ਦੂਜੇ ਨੂੰ ਸੱਚੀ ਗੱਲ ਚਿੱਕੜੀ ਦਿਸੀ ਨਜ਼ਰ ਆ ਰਿਹਾ। ਜਿਨੇ ਗੁਣ ਲੈਣਾ ਉਹਨੂੰ ਮੋਰ ਦੇ ਗੁਣ ਦਿਸਦੇ ਨੇ, ਜਿਨੇ ਔਗਣ ਲੈਣਾ ਉਹਨੂੰ ਪੈਰ ਦਿਸਦੇ ਨੇ। ਮੈਂ ਤੀਸਰੀ ਬੇਨਤੀ ਕਰਾਂ, ਅੰਬ ਦਾ ਫਲ ਖਾਦਾ ਜਾਂਦਾ, ਉਹਨੂੰ ਅਸੀਂ ਅੰਮ੍ਰਿਤ ਫਲ ਵੀ ਕਹਿੰਦੇ ਆ। ਅੰਬ ਨੂੰ ਅੰਬ ਲਿਆ ਕੇ ਅਸੀਂ ਚੀਰਿਆ, ਖਾਦਾ। ਸਿਫਤ ਕਰਨ ਵਾਲੇ ਨੇ ਕਿਹਾ ਅੰਬ ਵਿੱਚ ਕਿੰਨੀ ਵੱਡੀ ਤਾਕਤ ਹੈ, ਕਈ ਬਿਮਾਰੀਆਂ ਦਾ ਇਲਾਜ ਕਰਦਾ। ਬੰਦੇ ਨੇ ਅੰਬ ਚੂਸ ਵੀ ਲਿਆ, ਪਰ ਅੰਦਰ ਔਗਣਾਂ ਨਾਲ ਭਰਿਆ, ਬਰਦਾਸ਼ਤ ਨਹੀਂ ਕਰ ਸਕਿਆ। ਅੰਬ ਦੀ ਸਿਫਤ ਕਿਉਂ ਹੋਵੇ? ਜਿਹੜੇ ਬੰਦੇ ਚੇਤੇ ਰੱਖਿਓ ਹੰਕਾਰ ਦੇ ਬਿਮਾਰੀ ਦੇ ਮਾਰੇ ਨੇ ਨਾ, ਉਹ ਕਈ ਵਾਰੀ ਪੰਛੀਆਂ ਦੀ ਸਿਫਤ ਵੀ ਬਰਦਾਸ਼ਤ ਨਹੀਂ ਜੀ ਕਰਦੇ। ਉਹ ਕਹਿੰਦਾ ਜਿਹੜੀ ਇਹਦੀ ਸਿਫਤ ਮੇਰੀ ਹੋਣੀ ਚਾਹੀਦੀ ਸੀ।
ਜਿਹੜਾ ਭਾਲੂ ਨੱਚਦਾ ਪਿਆ ਮੇਰੇ ਪਾਸੇ ਪੈਣਾ ਚਾਹੀਦਾ ਸੀ। ਕਿਉਂਕਿ ਈਗੋਇਸਟ ਬੰਦਾ ਜਿਹੜਾ ਉਹ ਕਦੀ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ। ਉਹਨਾਂ ਕਿਹਾ ਵੀ ਅੰਬ ਖਾਧਾ, ਬੜਾ ਸਵਾਦ ਆਇਆ। ਉਹ ਖਾਣ ਤੋਂ ਬਾਅਦ ਇੰਨਾ ਕੀਰਤਕਨ ਨਿਕਲਿਆ, ਜਿੱਥੇ ਅੰਬ ਦੀਆਂ ਗਿਟਕਾਂ ਪਈਆਂ ਸਾਨੂੰ ਇਕੱਠੀਆਂ ਕਰ ਲਿਆ ਜੀ। ਉਹਨੇ ਗਿਟਕ ਨੂੰ ਫਾੜ ਦਿੱਤਾ, ਤੋੜ ਦਿੱਤਾ, ਉਹਦੇ ਵਿੱਚੋਂ ਗੁਠਲੀ ਨਿਕਲੀ। ਉਸ ਗੁਠਲੀ 'ਚ ਜਿਹੜਾ ਬੀਜ ਹੁੰਦਾ, ਤੁਹਾਨੂੰ ਸਭ ਨੂੰ ਪਤਾ, ਉਹ ਜ਼ਹਿਰ ਵਰਗਾ ਕੌੜਾ ਹੁੰਦਾ। ਅੰਬ ਉੱਪਰੋਂ ਚੂਸ ਲਿਆ, ਰਸ ਲੈ ਰਿਹਾ, ਉਹਦੇ ਛਿਲਕੇ ਨੂੰ ਤੋੜ ਕੇ ਗਿਟਕ ਵਿੱਚੋਂ ਗੁਠਲੀ ਕੱਢੀ, ਉਸ ਗੁਠਲੀ ਨੂੰ ਮੂੰਹ 'ਚ ਪਾ ਕੇ ਕਹਿੰਦਾ, ਹੁਣ ਦੱਸੋ ਤੁਸੀਂ ਅੰਬ ਦੀਆਂ ਸਿਫਤਾਂ ਕਰਦੇ ਹੋ, ਇਹਦਾ ਬੀਜ ਤਾਂ ਜ਼ਹਿਰ ਤੋਂ ਵੱਧ ਕੌੜਾ ਹੈ। ਵੇਖਣ ਵਾਲਿਆਂ ਕਿਹਾ, ਉਹ ਝੱਲਿਆ, ਜਿਸ ਚੀਜ਼ ਨੂੰ ਰੱਬ ਨੇ ਵੀ ਢੱਕ ਕੇ ਰੱਖਿਆ, ਪਰਦੇ ਥੱਲੇ ਰੱਖਿਆ, ਮੂਰਖਾਂ ਤੂੰ ਪਰਦੇ ਫੋਲ ਕੇ ਵੀ ਔਗਣ ਹੀ ਕੱਢੀ ਜਾਂਦਾ। ਰੱਬ ਨੇ ਗਿਟਕ ਦੀ ਗੁਠਲੀ ਜਿਹੜੀ ਉਹ ਵੀ ਲੱਕੜ 'ਚ ਰੱਖੀ, ਇਸ ਕਰਕੇ ਬੰਦੇ ਨੂੰ ਪਤਾ ਕੋਈ ਨਹੀਂ, ਇਹ ਔਗਣ ਹੀ ਕੱਢੀ ਜਾਏਗਾ। ਉਹਨੇ ਕਿਹਾ, ਛੱਡ ਪਰਾਂ, ਇਹ ਮੈਟਰ ਮੇਰਾ ਵੀ, ਇਹ ਕੌੜਾ ਹੈ ਕਿ ਕੀ ਹੈ, ਪਰ ਤੂੰ ਉੱਤੋਂ ਖਾ, ਤੈਨੂੰ ਮਿੱਠਾ ਮਿਲਿਆ ਨਾ। ਚੇਤੇ ਰੱਖਿਓ, ਔਗਣ ਇਕੱਠੇ ਕਰਨ ਵਾਲੇ ਬੰਦੇ ਅੰਬ ਦੀ ਗੁਠਲੀ ਨੂੰ ਵੀ ਪਾੜ ਕੇ ਬਾਹਰ ਕੱਢ ਲੈਂਦੇ ਨੇ। ਜਿਨ੍ਹਾਂ ਗੁਣ ਗ੍ਰਹਿਣ ਕਰਨੇ ਨੂੰ ਕੇਵਲ ਰਸ ਨੂੰ ਦੇਖਦੇ ਨੇ। ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਮੈਂ ਫਿਰ ਬੇਨਤੀ ਕਰ ਰਿਹਾ, ਗੁਨਾਹ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਗੁਣਵੰਤਿਆਂ ਪਾਸ਼ਾੜ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਇਹ ਮੈਂ ਜਿਹੜਾ ਤੁਹਾਨੂੰ ਉਦਾਹਰਨਾਂ ਦਿੱਤੀਆਂ ਨੇ, ਮੈਂ ਕਵਿਤ ਸਮਨਾ ਦੇਣਾ। ਹਿੰਦਵੀ ਤੇ ਬ੍ਰਿਜ ਭਾਸ਼ਾ ਦਾ ਮਿਲਵਾ ਇਹ ਬੋਲ ਹੈ, ਅਰਥ ਸਮਝ ਪੈ ਜਾਣਗੇ। ਹਿੰਦੀ ਤੁਸੀਂ ਸਮਝਦੇ ਹੋ। ਲਿਖਿਆ ਹੈ, ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਹਿੰਦੀ ਦੇ ਲਫ਼ਜ਼ ਨੇ ਨਾ ਜੀ। ਜੈਸੇ ਨੈਣ ਬੈਨ, ਬੈਨ ਮਤਲਬ ਬੋਲ, ਅੱਖਾਂ ਤੇ ਉਹਦੇ ਬੋਲ। ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕਨਾ ਅਵਗਣ ਉਰਤਾਰੀਐ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ। ਜਿੱਥੋਂ ਗਿਆਨ ਮਿਲੇ ਤੂੰ ਲੈ ਲੈ, ਜੇ ਨਹੀਂ ਮਿਲਦਾ ਤੇ ਤੂੰ ਕਿਉਂ ਡਸਟਬਿਨ ਬਣਿਆ ਫਿਰ। ਮੈਂ ਬੇਨਤੀ ਕਰਾਂ, ਮੇਰੇ ਮਨ 'ਚ ਕਈ ਵਾਰੀ ਆਉਂਦਾ ਹੈ, ਸਾਡੇ ਬੂਹੇ ਅੱਗੇ ਕੋਈ ਕੂੜਾ ਸੱਟ ਜਾਏ ਨਾ, ਆਪਾਂ ਡਾਂਗ ਲੈ ਕੇ ਜਾਂਦੇ ਹਾਂ। ਮੈਂ ਸਿੱਧੇ ਸਰਲ ਪੰਜਾਬੀ ਬੋਲਣਾ ਪਿਆ, ਅਸੀਂ ਮਾਰਨ ਤੱਕ ਜਾਂਦੇ ਹਾਂ, ਤੇਰੀ ਚੌਕੀ 'ਚ ਪਰਚਾ ਦਿਆਂਗਾ ਤੇਰੀ 'ਚ। ਤੂੰ ਮੇਰੇ ਬੂਹੇ ਅੱਗੇ ਗੰਦ ਸੱਟਿਆ, ਇੱਕ ਟੋਕਰੀ ਗੰਦ ਦੀ ਸੱਟੇ ਬੰਦਾ ਮਰਨ ਮਰਾਨ ਤੱਕ ਜਾਂਦਾ ਹੈ। ਤੇ ਜਿਹੜੀਆਂ ਟੋਕਰੀਆਂ ਆਪਣੇ ਅੰਦਰ ਲੋਕਾਂ ਦੇ ਗੰਦ ਦੀਆਂ ਸੱਟੀਆਂ ਨੇ, ਕਦੀ ਕਿਸੇ ਪੁਲਿਸ 'ਚ ਕੇਸ ਨਹੀਂ ਦਰਜ ਕਰਾਇਆ ਕਿ ਮੇਰਾ ਮਨ ਲੋਗਣਾ ਦੇ ਔਗਣ ਇਕੱਠੇ ਪਿਆ ਕਰਦਾ। ਦੇਖੋ, ਬੰਦਾ ਸਮਝ ਹੀ ਨਹੀਂ ਰਿਹਾ। ਭਾਈ ਸਾਹਿਬ ਕਹਿੰਦੇ, ਤੂੰ ਗੁਣਾ ਦਾ ਗ੍ਰਾਹਕ ਬਣ, ਤੈਸੇ ਗੁਰ ਗਿਆਨ ਦਾਨ ਸਭ ਨੂੰ ਤੇ ਮੰਗ ਲੀਜੈ। ਬੰਦਨਾ ਸਕਲ ਭੂਤ, ਨਮਸਕਾਰ ਕਰਕੇ ਗੁਣ ਲੈ, ਸਦਾ ਆਨੰਦ ਰਹੇ ਦਿਨ ਰਾਤੀ। ਗੁਣਵੰਤਿਆਂ ਪਾਸ਼ਾਰ, ਤੈਸੇ ਗੁਰ ਗਿਆਨ ਦਾਨ ਸਭ ਨੂੰ ਤੇ ਮੰਗ ਲੀਜੈ। ਬੰਦਨਾ ਸਕਲ ਭੂਤ, ਨਿੰਦਾ ਨਾ ਤਕਾਰੀ, ਨਿੰਦਾ ਨਾ ਕਰ। ਮੈਂ ਦੋ ਪ੍ਰਮਾਣ ਤੁਹਾਨੂੰ ਹੋਰ ਦੇ ਦੇਣਾ, ਬੜੇ ਸੌਖੇ ਜੇ। ਦੇਖੋ, ਵਾਂਸ ਤੇ ਗੰਨਾ ਵੇਖਣ ਨੂੰ ਦੋਨੋਂ ਇੱਕੋ ਜਿਹੇ ਨੇ ਨਾ। ਮੰਨ ਲਓ ਨਿੱਕਾ ਜਿਹਾ ਵਾਂਸ ਤੇ ਗੰਨਾ, ਉਹਦੀ ਪੂਰੀ ਲੱਕੜੀ ਦੋਵੇਂ ਜੀ। ਗੰਨਾ ਵੀ ਲੱਕੜੀ ਜੇ ਤੇ ਵਾਂਸ ਵੀ ਲੱਕੜੇ। ਪਰ ਕਦੀ ਵਾਂਸ ਨੂੰ ਚੂਬ ਕੇ ਗੰਨੇ ਵਰਗਾ ਰਸ ਆਇਆ? ਇਹ ਵੀ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ। ਵਾਂਸ ਕਦੀ ਕੋਈ ਨਹੀਂ ਜੇ ਚੂਬਦਾ, ਕਿਉਂਕਿ ਵਾਂਸ ਵਿੱਚ ਤਿੰਨ ਬੜੇ ਵੱਡੇ ਔਗਣ ਨੇ। ਪਹਿਲਾ ਔਗਣ ਇਹ ਵੇ ਹੰਕਾਰੀ ਹੈ ਤੇ ਅੰਦਰੋਂ ਥੋਥਾ ਹੈ, ਅੰਦਰੋਂ ਖਾਲੀ ਹੈ ਨਾ ਵਾਂਸ, ਤੇ ਉੱਚਾ ਕਿੰਨਾ। ਦੂਜਾ ਇਹਦੇ ਵਿੱਚ ਔਗਣ ਇਹ ਵੇ ਕੁੱਲ ਘਾਤਕ ਹੈ, ਅੱਗ ਲਾ ਦਿੰਦਾ। ਤੀਸਰਾ ਇਹਦੇ ਵਿੱਚ ਔਗਣ ਗੰਢਾਂ ਵਾਲਾ, ਗੰਢਾਂ ਛੱਡਣ ਨੂੰ ਤਿਆਰ ਨਹੀਂ। ਪਰ ਚੇਤੇ ਰੱਖਿਓ, ਬੰਤਰ ਗੰਨੇ ਦੀ ਵੀ ਇਹੋ ਜਿਹੀ, ਉਹਦੀਆਂ ਵੀ ਗੰਢਾਂ ਨੇ ਨਾ। ਜਦੋਂ ਤੁਸੀਂ ਗੰਨਾ ਬੀਜਦੇ ਹੋ, ਉਹਦੀ ਅੱਖ ਤੋਂ ਹੀ ਗੰਢ ਦੇ ਵਿੱਚੋਂ ਨਿਕਲਦਾ ਨਾ ਅਗਲਾ ਪੇਡਾ। ਪਰ ਚੇਤੇ ਰੱਖਿਓ, ਉਹਨੂੰ ਰੱਬ ਨੇ ਰਸ ਦਿੱਤਾ ਹੈ। ਵਾਂਸ ਕਦੀ ਕਿਸੇ ਨੇ ਚੂਪਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੰਨੇ ਨੂੰ ਲੋਕ ਚੂਸਦੇ ਨੇ, ਪਰ ਜਿਹੜੇ ਗੰਨਾ ਚੂਪਦੇ ਨੇ, ਹੁਣ ਸਮੱਸਿਆ ਇਹ ਹੈ, ਸਾਡੇ ਸ਼ਹਿਰਾਂ 'ਚ ਨਿਆਣੇ ਗੰਨਾ ਖਾਣਾ ਹੀ ਕਹੀ ਜਾਂਦੇ ਨੇ। ਉਹਨਾਂ ਨੂੰ ਇਹ ਪਤਾ ਹੀ ਕੋਈ ਨਹੀਂ ਵੀ ਗੰਨਾ ਚੂਪੀ ਦਾ ਹੁੰਦਾ ਹੈ ਕਿ ਗੰਨਾ ਖਾਈ ਦਾ ਹੁੰਦਾ। ਕਿਉਂਕਿ ਚੂਪਿਆ ਹੋਵੇ ਤੇ ਪਤਾ ਲੱਗੇ ਨਾ। ਉਹ ਗੰਨਾ ਖਾਣਾ ਹੀ ਮੰਗਦੇ ਨੇ। ਮੈਂ ਗੰਨਾ ਖਾਣਾ ਮੰਗਦਾ, ਮੈਂ ਕਿਹੜੀ ਸੋਚਣਾ ਵੀ ਵਾਹ ਰੱਬਾ, ਇਹ ਪੰਜਾਬੀ ਦੀ ਵਕੈਬਲਰੀ ਕਿੱਥੇ ਜਾ ਕੇ ਖਲੋਵੇਗੀ। ਜਿਹੜੀ ਚੀਜ਼ ਖਾਣ ਵਾਲੀ ਉਹ ਚੂਪੀ ਜਾ ਰਹੇ ਨੇ, ਜਿਹਨੂੰ ਚੂਪਣਾ ਸੀ ਉਹਨੂੰ ਖਾਣਾ ਕਹਿ ਰਹੇ ਨੇ।
ਹੁਣ ਗੰਨਾ ਚੂਪਣਾ ਹੁੰਦਾ ਹੈ ਨਾ, ਇਹਨੂੰ ਹਿੰਦੀ ਤੁਸੀਂ ਚੂਸੀਆ ਕਹਿ ਲਓ। ਹੁਣ ਜਦੋਂ ਗੰਨਾ ਚੂਪਦੇ ਸਨ, ਹਾਲਾਂਕਿ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ ਕਿ ਗੰਨੇ ਵਿੱਚ ਰਸ ਹੈ ਤੇ ਕਿੰਨਾ ਦੁੱਖ ਪਾਉਂਦਾ ਹੈ ਰਸ ਲੈਣ ਲਈ, ਪਰ ਮੈਂ ਇਹਦੇ ਅਰਥ ਕਰਨਾ ਹੁੰਦਾ ਜਦੋਂ ਅਸੀਂ ਗੰਨੇ ਦਾ ਰਸ ਲੈਣਾ। ਮੈਨੂੰ ਪਤਾ ਜਦੋਂ ਗੰਨਾ ਕਦੀ ਚੂਪਣਾ, ਹੁਣ ਤਾਂ ਚਲੋ ਸ਼ਹਿਰ 'ਚ ਆ ਗਏ ਨਾ ਜੀ, ਉਹ ਗੱਲਾਂ ਹੀ ਪਿੰਡ ਵਾਲੀਆਂ ਭੁੱਲ ਗਈਆਂ। ਆ ਜਿਹੜੇ ਦੰਦ ਸਨ, ਬਾਚੀਆਂ ਥੱਕ ਜਾਣੀਆਂ, ਬਾਚੀਆਂ ਸਮਝ ਨਾ ਆਪਾਂ, ਜਵਾੜੇ ਜਿਹਨੂੰ ਕਹਿੰਦੇ ਥੱਕ ਜਾਣੇ। ਤੇ ਜਦੋਂ ਰਾਤ ਨੂੰ ਰੋਟੀ ਖਾਣੀ ਤੇ ਸਲੂਣਾ ਲੱਗਣਾ, ਸਲੂਣਾ ਲੂਣ ਲੱਗਣਾ, ਪੁੱਛਣਾ ਕਿਉਂ, ਤੇ ਘਰਦਿਆਂ ਕਹਿਣਾ ਹੁਣ ਪਾ ਦੁੱਖ। ਉਦੋਂ ਤਾਂ ਮਿੱਠੇ ਵਾਲੇ ਚੂਪਦੇ ਰਹੇ ਗੰਨੇ, ਅੰਦਰੋਂ ਮਸੂੜੇ ਸਾਰੇ ਉੱਚ ਜਾਣੇ, ਛਿੱਲੇ ਜਾਣੇ, ਤੇ ਦੂਜੇ ਦਿਨ ਫਿਰ ਗੰਨਾ ਚੂਪਣ ਤੁਰ ਪੈਣਾ। ਇਸ ਤਰ੍ਹਾਂ ਇਹ ਗੁਰਬਾਣੀ ਦਾ ਸ਼ਬਦ ਹੈ ਜੀ। ਸਤਿਗੁਰੂ ਕਹਿੰਦੇ ਨੇ ਗੰਨਾ ਚੂਪਿਆ, ਮਸੂੜੇ ਛਿੱਲੇ ਗਏ, ਰਾਤ ਨੂੰ ਸਲੂਣਾ ਵੀ ਲੱਗਾ, ਸਵੇਰੇ ਫਿਰ ਖੇਤਾਂ 'ਚ ਪਹੁੰਚ ਗਿਆ। ਮੇਰਾ ਗੁਰੂ ਕਹਿੰਦਾ ਜੇ ਗੰਨੇ ਵਿੱਚ ਰਸ ਹੋਵੇ ਤੇ ਦੁੱਖ ਪਾ ਕੇ ਵੀ ਰਸ ਨੂੰ ਚੂਸ ਲਈਦਾ ਹੈ, ਜਿੱਥੇ ਗੁਣ ਹੋਵੇ ਦੁੱਖ ਪਾ ਕੇ ਵੀ ਗੁਣ ਲੈ ਲਈ, ਗੁਣ ਨੂੰ ਛੱਡੀ ਨਾ। ਕਬੀਰ ਸਾਹਿਬ ਦਾ ਸ਼ਬਦ ਹੈ, ਕਬੀਰ ਰਸ ਕੋ ਗਾਂਡੋ ਚੂਸੀਐ। ਅਸੀਂ ਗੰਨਾ ਕਹਿੰਦੇ ਉੱਤੇ ਸ਼ਬਦ ਗਾਂਡੋ, ਗੰਨਾ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਤੈਨੂੰ ਰੋਣਾ ਵੀ ਪੈ ਜਾਏ, ਮਰਨਾ ਵੀ ਪੈ ਜਾਏ, ਪਰ ਗੁਣ ਕਦੀ ਨਾ ਛੱਡੀ। ਗੁਰੂ ਸਾਹਿਬ ਕਹਿੰਦੇ ਜਿਹੜਾ ਭਗਤ ਹੈ ਉਹ ਕਿਸੇ ਕੀ ਕੋਈ ਗੱਲ ਸੁਣਾਏ, ਕਹਿੰਦਾ ਚੱਲ ਮੇਰੇ ਰੱਬ ਦੀ ਗੱਲ ਸੁਣਾ ਰਿਹਾ, ਮੈਂ ਸੁਣਾ ਇਹਦੇ ਕੋਲ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਅਵਗਣ ਯਾਰੈ ਮਾਨਸੈ ਭਲੋ ਨਾ ਕਹਿ। ਕੋਈ ਔਗਣਾ ਵਾਲੇ ਨੂੰ ਕਦਾ ਕੋਈ ਭਲਾ ਨਹੀਂ ਕਹਿੰਦਾ। ਮੈਂ ਸੰਖੇਪ ਜੀ ਬੇਨਤੀ ਕਰਾਂ, ਗੁਰੂ ਸਾਹਿਬ ਨੇ ਕਿਹਾ ਨਾਨਕ ਭਗਤਾਂ ਭੁੱਖ ਸਲਾਹਣ, ਉਹਨਾਂ ਦੇ ਅੰਦਰ ਇੱਕੋ ਭੁੱਖ ਹੈ ਪਰਮਾਤਮਾ ਦੀ ਸਿਫਤ ਦੀ। ਸੱਚ ਨਾਮ ਆਧਾਰ, ਉਹਨਾਂ ਦਾ ਆਧਾਰ ਨਾਮ ਹੈ। ਅਗਲਾ ਬਚਨ ਸਦਾ ਆਨੰਦ ਰਹੇ ਦਿਨ ਰਾਤੀ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਗੁਣਵੰਤਿਆਂ ਪਾਛਾਰ, ਗੁਣਾ ਵਾਲਿਆਂ ਦੇ ਚਰਨਾਂ ਦੀ ਧੂੜ। ਮੈਂ ਉਹ ਪ੍ਰਮਾਣ ਮੁਕੰਮਲ ਕਰ ਦੇਣਾ ਜੋ ਸਾਹਿਬ ਦਾ ਸ਼ੁਰੂ ਕੀਤਾ ਸੀ ਕਿ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵਣ ਸਾਂਝਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਨ ਚਲੀਐ। ਅੱਗੇ ਮਹਾਰਾਜ ਕਹਿੰਦੇ ਪਹਿਰੇ ਪਡੰਬਰ ਕਰ ਅਡੰਬਰ, ਆਪਣਾ ਪਿੜ ਮਲੀਐ। ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਮਹਾਰਾਜ ਕਹਿੰਦੇ ਨੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਅਗਲੀ ਬੇਨਤੀ, ਅਗਲਾ ਸ਼ਲੋਕ ਮਹਾਰਾਜ ਨੇ ਦਰਜ ਕੀਤਾ। ਇਹ ਇੱਕ ਇਸਲਾਮੀ ਮਨੌਤ ਹੈ, ਅਸਾਈਅਤ ਵਿੱਚ ਵੀ ਹੈ। ਇਹਨੂੰ ਕਿਸੇ ਫਿਰਕੇ ਨਾਲ ਜੋੜ ਕੇ ਨਾ ਗੱਲ ਕਰਨੀ। ਮੰਨ ਲਓ ਜਦੋਂ ਕੋਈ ਹਿੰਦੂ ਵੀਰ, ਇਹ ਉਸ ਵਕਤ ਦੀ ਗੱਲ ਹੈ ਜਦੋਂ ਗੁਰਦੇਵ ਦੇ ਸਾਹਮਣੇ ਘਟਨਾ ਆਈ, ਉਹ ਮਰ ਚੁੱਕੇ ਪ੍ਰਾਣੀ ਦਾ ਸੰਸਕਾਰ ਕਰਦਾ ਸੀ, ਉਹਨੇ ਸਰੀਰ ਦਾ ਸੰਸਕਾਰ ਕਰਨਾ, ਤੇ ਮੁਸਲਮਾਨ ਨੇ ਕਹਿ ਦੇਣਾ ਇਹ ਕਾਫਿਰ ਜਿਹੜੇ ਨੇ ਇਹ ਬੋਡੀ ਨੂੰ ਫੂਕਦੇ ਪਏ ਨੇ, ਇਹ ਦੋਜ਼ਖ ਦੀ ਅੱਗ ਵੀ ਸੜਨਗੇ। ਕਿਉਂਕਿ ਇਸਲਾਮ ਦੇ ਅੰਦਰ ਮਰ ਚੁੱਕੇ ਬੰਦੇ ਦੇ ਤਨ ਨੂੰ ਫੂਕਣਾ ਜਿਹੜਾ ਹੈ ਉਹ ਨਾਪਾਕ ਸਮਝਿਆ ਜਾਂਦਾ, ਕਿਉਂਕਿ ਉਹਨਾਂ ਦਾ ਆਪਣਾ ਫਲਸਫਾ ਹੈ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਇਹ ਪ੍ਰਕਰਨ ਮੇਰਾ ਅੱਜ ਨਹੀਂ। ਹਿੰਦੂਇਜ਼ਮ ਇਹ ਮੰਨਦਾ ਆਵਾਗੌਣ ਤੇ ਪੁਨਰ ਜਨਮ, ਬੁੱਧਿਜ਼ਮ ਮੰਨਦਾ ਹੈ, ਜੈਨ ਮੰਨਦਾ ਹੈ। ਸੱਚ ਇਹ ਵੀ ਜੋ ਮਰਜ਼ੀ ਰੌਲਾ ਪਾਈ ਜਾਓ, ਸਿੱਖ ਫਿਲਾਸਫੀ ਵੀ ਗੁਣਾਂ ਨੂੰ, ਔਗਣਾਂ ਨੂੰ, ਕਰਮਾਂ ਨੂੰ, ਜੂਨਾਂ ਨੂੰ, ਆਵਾਗੌਣ ਨੂੰ ਤੇ ਪੁਨਰ ਜਨਮ ਨੂੰ ਸਵੀਕਾਰ ਕਰਦੀ ਹੈ ਕਿ ਦੁਬਾਰਾ ਜਨਮ ਹੋਣ ਦੀ ਗੱਲ ਕੀਤੀ ਜਾਂਦੀ। ਪਰ ਇਸਲਾਮ ਦੇ ਅੰਦਰ ਕੀ ਹੈ, ਇਹ ਥੋੜਾ ਜਿਹਾ ਨੁਕਤਾ ਜੇ ਮਿੱਟੀ ਮੁਸਲਮਾਨ ਕੀ, ਮੈਂ ਉਹ ਸ਼ਲੋਕ ਤੇ ਆ ਗਿਆ। ਜਦੋਂ ਕੋਈ ਇਨਸਾਨ, ਉਹਨਾਂ ਦਾ ਫਲਸਫਾ ਕਹਿੰਦਾ ਹੈ ਕਿ ਜਦੋਂ ਕੋਈ ਇਨਸਾਨ ਮਰਦਾ ਹੈ, ਉਸ ਮਰੇ ਕੋਈ ਬੰਦੇ ਨੂੰ ਅੱਗ ਵਿੱਚ ਫੂਕਿਆ ਨਾ ਜਾਏ, ਕਿਉਂਕਿ ਜੇ ਅੱਗ ਵਿੱਚ ਫੂਕਾਂਗੇ ਉਹ ਇੱਕ ਦਿਨ ਦੋਜ਼ਖ ਦੀ ਅੱਗ ਵੀ ਸੜੇਗਾ। ਇਹਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਜਾਏ। ਕਬਰ ਪੱਟੀ ਜਾਂਦੀ ਹੈ ਤੇ ਕਬਰ ਦੇ ਵਿੱਚ ਆਦਮੀ ਦਾ ਜਿਸਮ, ਉਹਨੂੰ ਟਿਕਾ ਕੇ ਉਹਦੇ ਉੱਪਰ ਮਿੱਟੀ ਪਾਈ ਜਾਂਦੀ। ਇਹ ਉਹਨਾਂ ਦਾ ਮਨੌਤ ਹੈ ਕਿ ਕਿਆਮਤ ਵਾਲੇ ਦਿਨ ਇਹਨਾਂ ਕਬਰਾਂ ਵਿੱਚੋਂ ਰੂਹਾਂ ਉੱਠਣੀਆਂ। ਆਓ ਗੁਰੂ ਨਾਨਕ ਸਾਹਿਬ ਦੇ ਲੋਜ਼ਕ ਨੂੰ ਦੇਖੋ, ਇਹ ਰੂਹਾਂ ਉੱਠਣਗੀਆਂ ਤੇ ਜਿਨ੍ਹਾਂ ਨੇ ਪਾਕ ਕੰਮ ਕੀਤੇ ਨੇ, ਚੰਗੇ ਕੰਮ ਕੀਤੇ ਨੇ, ਰਸੂਲ ਪੈਗੰਬਰ ਉਹਨਾਂ ਰੂਹਾਂ ਦੀ ਜਾ ਕੇ ਸਿਫਾਰਿਸ਼ ਕਰੇਗਾ ਤੇ ਇਹ ਜਿਹੜੀਆਂ ਰੂਹਾਂ ਨੇ ਬਹਿਸ਼ਤ ਵੀ ਚਲੀਆਂ ਜਾਣਗੀਆਂ, ਤੇ ਜਿਨ੍ਹਾਂ ਲੋਕਾਂ ਨੇ ਮੰਦ ਕਰਮ ਕੀਤੇ ਨੇ, ਸੱਚ ਇਹ ਵੇ ਉਹ ਦੋਜ਼ਖ ਦੀ ਅੱਗ ਵੀ ਸੜਨਗੇ। ਇਹੀ ਹੈ ਨਾ ਜੀ। ਗੁਰੂ ਸਾਹਿਬ ਨੇ ਇੱਥੇ ਇੱਕ ਧਿਆਨ ਦਿਓ, ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿਣ ਲੱਗੇ ਪਹਿਲੀ ਗੱਲ ਤਾਂ ਇਹ
कि मर चुके बंदे दी बॉडी नूं कोई फूक देवे, कोई दब देवे, कोई जल प्रवाह कर देवे, ये कोई अर्थ नहीं रखता कि ओदी रूह कित्थे गई। इन थोड़ा जिहा ध्यान नाल सुनियो, गल समझ पैगी बाणी च। गुरु ग्रंथ साहिब च 3-4 प्रमाण ने इस संबंधी। हुण असीं देखने आ कि अंदर वाली रूह का की पता। यही है ना भी कब्र च दफनाओगे तो कब्र च रूहां ने, पर गुरु ने कहा जे कब्र विच रूह है तो जिथे कब्रां पुरानियां हुंदियां सन उत्थों दी मिट्टी बड़ी चीकनी हो जाती। जिथे बंदे दफनाए जाते ना, बॉडी की मिज जिहड़ी मास जिहड़ी वो फैलदा है। जिस थां ते कब्रां बड़ियां पुरानियां होण, सदियां पुरानियां, ते कुम्हार जिहड़ा वो थां दी मिट्टी लभदा है। कब्रां वाली मिट्टी लभदे हुंदे सन। मैनूं याद है अजे तक साडे पिंडां च पुरानियां कब्रां दी मिट्टी वो लाल होनी ते चिकनी होनी, क्योंकि मुर्दे दी जिहड़ी मिज सी, ओदी स्किन सी, वो फैलदी जदों ते वो मिट्टी चिकनी हो गई। वो कहंदा जिहड़ी चिकनी मिट्टी है इहदा भांडा बड़ा सोहना बनदा है। हुण सतगुरु ने देखो क्या दलील दित्ती कि कुम्हार वीर गया, उन्हें जाके उस चिकनी मिट्टी नूं उथों पट के लियांदा। चिकनी मिट्टी जदों उन्हें पट के लियांदी, तवज्जो दिया जे गुरमुखो, बेनती दा असर कोई नहीं, ओ चिकनी मिट्टी पट के लियांदी, उसका पेड़ा बना के ध्यान दिओ, उन्होंने चक दे उत्ते उन्हें रख के घुमा दिता। फिर बेनती प्लीज मैनू एकाग्रता बख्श दिओ। अज उन्हें चिकनी मिट्टी दे उस पेड़ा जिहड़ा सी उन्होंने चक दे उत्ते घुमा दिता। घुमाउण तो बाद ओहदे भांडे बने, ओहदियां सुराइयां बणियां, ओहदे सचमुच वख-वख आकार दियां इट्टां ते बर्तन बना दिते। मान लो सुराही बना दी, दीवा बना दिता, सब कुछ बन गया। हुण उस भांडे नूं जिहड़े कच्चे भांडे बने सन उन्होंने आवे विच रख के फिट कर दिता, बीड़ दिते ना जी, ਉਹਦੇ ਉੱਪਰ ਮਲੀ ਬਾਲਣ ਪਾ ਕੇ ਉਹਨੂੰ ਅੱਗ ਲਾ ਦਿੱਤੀ। ਹੁਣ ਜਦੋਂ ਅੱਗ ਲੱਗੀ ਉਸ ਚਿਕਨੀ ਮਿੱਟੀ ਦੇ ਵਿੱਚੋਂ ਛੂੰ ਛੂੰ ਦੀ ਆਵਾਜ਼ ਆਉਣ ਲੱਗੀ। ਕਦੀ ਤੁਸੀਂ ਦੇਖਿਓ ਜਦੋਂ ਭਾਂਡੇ ਪੱਕਦੇ ਨੇ, ਇੱਟਾਂ ਪੱਕਦੀਆਂ ਨੇ ਨਾ, ਅੱਗ ਲੱਗਦੀ ਏ, ਅੰਗਿਆਰੀਆਂ ਝੜਦੀਆਂ ਨੇ, ਉਸ ਵਕਤ ਉਸ ਮਿੱਟੀ ਵਿੱਚੋਂ ਛੂੰ ਛੂੰ ਦੀ ਆਵਾਜ਼ ਆਉਣ ਲੱਗੀ। ਮੇਰੇ ਗੁਰੂ ਨੇ ਕਿਹਾ ਉਹ ਦੇਖ ਤੂੰ ਕਹਿੰਦਾ ਵੀ ਰੂਹ ਦੋਜ਼ਖ ਵਿੱਚ ਸੜਦੀ ਹੈ, ਆ ਕਬਰਾਂ ਦੀ ਮਿੱਟੀ ਘੁਮਿਆਰ ਪੱਟ ਕੇ ਲਿਆਇਆ, ਇਹਨੇ ਬਰਤਨ ਬਣਾਇਆ, ਆਦੀ ਵਿੱਚ ਫਿੱਟ ਕਰਕੇ ਇਹਨੇ ਅੱਗ ਲਾ ਦਿੱਤੀ। ਉਹਨਾਂ ਇੱਟਾਂ ਵਿੱਚੋਂ, ਉਹਨਾਂ ਭਾਂਡਿਆਂ ਵਿੱਚੋਂ, ਉਸ ਮਿੱਟੀ ਵਿੱਚੋਂ ਅੱਗ ਦੀਆਂ ਅੰਗਿਆਰੀਆਂ ਡਿੱਗਦੀਆਂ ਨੇ। ਇਹ ਮਿੱਟੀ ਤਾਂ ਵਿਚਾਰੀ ਰੋਈ ਜਾਂਦੀ, ਅਥਰੂ ਪੂੰਝਣ ਵਾਸਤੇ ਕੋਈ ਨਹੀਂ ਆਇਆ। ਕਬਰਾਂ ਦੀ ਮਿੱਟੀ ਕਹਿੰਦੇ ਜੇ ਰੂਹ ਹੁੰਦੀ ਤੇ ਇਹਦੇ ਵਿੱਚੋਂ ਬੋਲਦੀ ਨਾ। ਦੇਖੋ ਲੌਜ਼ਿਕ ਕੀ ਕਦੀ ਕਿਸੇ ਕਬਰ ਦੀ ਮਿੱਟੀ ਵਿੱਚੋਂ, ਭਾਂਡੇ ਵਿੱਚੋਂ ਰੂਹ ਬੋਲਦੀ ਦੇਖੀਏ? ਇੱਟਾਂ ਵਿੱਚੋਂ ਰੂਹ ਬੋਲਦੀ ਦੇਖੀਏ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਭਲਿਆ ਤੂੰ ਦੇਖ, ਭਾਵੇਂ ਦਫਨਾ ਦੇ, ਭਾਵੇਂ ਸੰਸਕਾਰ ਕਰ ਦੇ, ਭਾਵੇਂ ਜਲ ਪ੍ਰਵਾਹ ਕਰ ਦੇ, ਅੰਦਰ ਵਾਲੀ ਰੂਹ ਦਾ ਤੇ ਰੱਬ ਨੂੰ ਪਤਾ ਨਹੀਂ ਕਿਹੜੀ ਥਾਂ ਤੇ ਚਲੀ ਗਈ। ਇਹ ਤੇਰੀ ਕਲਪਨਾ ਹੈ। ਧਿਆਨ ਨਾਲ ਸੁਣੋ, ਗੁਰੂ ਗ੍ਰੰਥ ਸਾਹਿਬ ਚ ਬੋਲ ਹੈ, ਹਜ਼ੂਰ ਨੇ ਫਰਮਾਇਆ ਜੇ ਮਿਰਤਕ ਕੋ ਚੰਦਨ ਚੜਾਵੇ, ਮਰੇ ਕੋਈ ਬੰਦੇ ਨੂੰ ਚੰਦਨ ਚੜਾ ਦਿਓ, ਉਹਨੂੰ ਕੀ ਫਾਇਦਾ? ਇਹ ਅਮੀਰਾਂ ਦੇ ਚੋਚਲੇ ਨਾ ਵੀ ਸਾਡਾ ਮਰ ਗਿਆ, ਅਸੀਂ ਚੰਦਨ ਦੀ ਲੱਕੜ ਨਾਲ ਸੰਸਕਾਰ ਕਰਨੇ, ਅਸੀਂ ਤੇ ਕੱਲਾ ਘਿਓ ਪਾਣੇ। ਮੈਂ ਇੱਕ ਬੇਨਤੀ ਕਰਦਿਆ, ਗਰੀਬ ਦਾ ਕਿੱਕਰ ਦੀ ਲੱਕੜ ਨਾਲ ਸੰਸਕਾਰ ਕਰ ਦਿਓ, ਅਮੀਰ ਦਾ ਚੰਦਨ ਦੀ ਨਾਲ ਕਰ ਦਿਓ। ਜਦੋਂ ਫੁੱਲ ਇਕੱਠੇ ਕਰਨ ਜਾਣੇ ਸਵਾ ਦੋਨਾਂ ਦੀ ਬਣੀ ਹੋਣੀ। ਇਹ ਨਹੀਂ ਕਿ ਚੰਦਨ ਵਾਲੇ ਦੀ ਚਾਂਦੀ ਬਣ ਜਾਣੀ, ਸੋਨਾ ਬਣ ਜਾਣਾ ਉਹਦੇ ਫੁੱਲ। ਇਹ ਬੰਦੇ ਦਾ ਹੰਕਾਰ। ਮੈਂ ਹੈਰਾਨ ਹੋਇਆ ਜੀ, ਇੱਕ ਦਿਨ ਹੈ ਤਾਂ ਸ਼ੁਗਲ ਜੀ ਆਈ, ਵਿਅੰਗਮਈ ਹੈ ਜੀ। ਮੈਨੂੰ ਇੱਕ ਦਿਨ ਇੱਕ ਕੀਰਤਨੀਆ ਸਿੰਘ ਕਹਿੰਦਾ ਭਾਈ ਸਾਹਿਬ ਸਾਡੀ ਕਿੱਥੇ ਖਲੋਤੇ ਆ, ਮਰੇ ਬੰਦੇ ਦੇ ਮੂੰਹ 'ਚ ਨਾ ਘਿਓ ਪਾਉਂਦੇ ਪਏ ਸਨ। ਚਲੋ ਉਹਦੇ ਕਈ ਇਸ਼ਾਰੇ ਸਨ, ਅੰਦਰ ਤਾਂ ਨਹੀਂ ਨਾ ਜਾਣਾ। ਉਹ ਐਸੀ ਵੀ ਜਿਹੜਾ ਅੰਦਰ ਵੀ ਹੈ ਨਾ, ਇਹ ਬੋਡੀ ਵਿੱਚ ਘਿਓ ਜਾਏਗਾ, ਚਲੋ ਅੰਦਰ ਅੱਗ ਲੱਗਣ 'ਚ ਸਹਾਇਤਾ ਹੋ ਜਾਂਦੀ। ਉਂਝ ਜਿਹੜੀ ਬੋਡੀ ਉਹ ਜ਼ਿਆਦਾ ਸਿਰ ਵਾਲੇ ਪਾਸੇ ਖਿੱਚੀ ਜਾਂਦੀ ਹੈ ਜੀ, ਛਾਤੀ ਉੱਤੇ ਤਾਂ ਭਾਰ ਪਾਉਂਦਾ। ਉਹ ਕਹਿੰਦਾ ਵੀ ਉਹ ਬੰਦੇ ਦੇ ਮੂੰਹ 'ਚ ਘਿਓ ਪਾਉਣ ਲੱਗੇ ਤੇ ਇੱਕ ਰਿਸ਼ਤੇਦਾਰ ਸੀ ਉਹਨਾਂ ਦਾ, ਕਹਿੰਦਾ ਉਸ ਕੁਝ ਹਯਾ ਤੋਂ ਕੰਮ ਲਓ, ਹੱਥ ਮਾਰੋ ਸ਼ਰਮ ਨੂੰ। ਕਹਿੰਦਾ ਅੱਗੇ ਵਿਚਾਰਾ ਮਰ ਗਿਆ ਬਲੱਡ ਪ੍ਰੈਸ਼ਰ ਨਾਲ, ਤੁਸੀਂ ਫਿਰ ਮੂੰਹ 'ਚ ਘਿਓ ਪਾਈ ਜਾਂਦੇ। ਉਹ ਕਹਿੰਦਾ ਉਹਨੂੰ ਇੰਨਾ ਹੀ ਪਤਾ ਕੋਈ ਨਹੀਂ ਵੀ ਇਹ ਬਣਿਆ ਕੀ ਪਿਆ। ਇਹ ਹਾਲ ਸਾਡੀ, ਅਸੀਂ ਮਰੇ ਦੇ ਮੂੰਹ 'ਚ ਘਿਓ ਪਾ ਕੇ ਬਲੱਡ ਪ੍ਰੈਸ਼ਰ ਵੇਖੀ ਜਾਂਦੇ। ਨਹੀਂ, ਗੁਰੂ ਸਾਹਿਬ ਕਹਿੰਦੇ ਤੁਸੀਂ ਸਮਝੋ ਇਸ ਗੱਲ ਨੂੰ ਲੋਕੋ। ਜੇ ਮੰਨ ਲਓ ਮ੍ਰਿਤਕ ਦੇ ਉੱਤੇ ਚੰਦਨ ਚੜਾ ਦਿੱਤਾ ਤੇ ਮੈਨੂੰ ਦੱਸੋ ਉਹਨੇ ਉੱਠ ਕੇ ਸਰੋਪਾ ਦੇ ਦੇਣਾ? ਭੋਗ ਵਾਲੇ ਦਿਨ ਆਜੂਗਾ ਉੱਠ ਕੇ ਵੀ ਤੁਹਾਡਾ ਧੰਨਵਾਦ ਵੀ ਲੋਕੋ ਤੁਸੀਂ ਇੰਨੇ ਰੁਪਈਏ ਦਾ ਚੰਦਨ ਚੜਾਇਆ। ਜੇ ਟਾਲੀ ਦੀ ਲੱਕੜ ਲੈ ਕੇ ਫੂਕ ਦਿਓਗੇ ਸੜ ਫਿਰ ਵੀ ਜਾਣਾ।
महाराज ने बाणी च कहा, ये किस भुलेखे च पए हो, जे मृतक को चंदन चढ़ावे उस ते कहो कवन फल पावे। चंदन नाल सड़े हुए सीधे रब दे घर च जांदे देखे, ते मेरा ख्याल जिन्ने चंदन नाल सड़दे ने मैनूं बख्श दिओ जे, वो चंदन नहीं हुंदी, वो गरीबां दे खून दा भांबड़ी उन्हां उत्ते बलदा हुंदा। ये सच्चाई दे। जे मृतक को चंदन चढ़ावे उस ते कहो कवन फल पावे, जे मृतक को बिष्टा माहे रुलाई, जे उन्होंने गंदगी सट दिओ कि ओदा कुछ घट जाएगा। फिर बेनती सुनो, तीन तरीकों महाराज जी ने क्या कहन लगे, तीन संज्ञा कर देही कीनी जल कूकर भस्मेही। तीन तरीके सन, पानी च जल प्रवाह कर देना, भस्म हो जाना, ते कईयां दा मांस कुत्ते ते इल्ला नोच के खांदे ने। सतगुरु कहंदे ने की पता अंदर वाली रूह कित्थे चली गई। ये मनौत बनाई बैठे कि इस ढंग नाल संस्कार कर दिओ, मैनूं बख्श दिया जे, मैं थोड़ा जिहा खुल के ते बेनती करनी चाहना। हजूर कहंदे तीन सिंगिया कर देही केनी जल कूकर पसमेही, उड़ जाए गो धूम बादरो एक भाजो राम स्नेही। तीन संज्ञा कर देही कीनी। एक बाणी च बचन होर आउंदा है, वो शब्द है जी, एक दज्जा है, एक दबियां है, इकना कुत्ते खाहें। ये साडी बॉडी है ना जी, जदों विचों निकल ही गया वो जिहड़ी मैं ब्लड प्रैशर की गल सुनी है, तां शुगल ही ना, असीं भी सच्ची गल है मन नूं परचाने पे, उहनूं की पता विचारे। महाराज कहंदे तू ना समेटेगा, रब ने खुद उहदा सिस्टम बनाया। मान लो किसी मुर्दे नूं साडे कोल समेटण दा साधन नहीं, उस मुर्दे विचों भी रब जिंदगी पैदा कर दिंदा। 72 घंटिया बाद ओहदे विचों भी कीड़े पैदा हो जाते जे, वो मुर्दे नूं खा के कीड़े नाल ही मर जाते। इस तरह है ना जी, मुर्दे बॉडी चो जिंदगी निकलती है। रब कहंदा जे तू नहीं समेटेगा मैं प्रबंध कर देंगा समेटन का। उस मुर्दे चो कीड़े पैदा होए, कीड़ियां ने मांस खादा ते दोबारा कीड़े भी मर गए। सतगुरु कहंदे पर दुनिया विच एक दज्जा है, इत्थे एक दा अर्थ है कई। कई ऐसे धर्म ने जिहड़े सारन विच विश्वास रखदे ने, फूकिया जाता है। एक दबियां है, एक ऐसे ने जिहड़े कबरां विच दफनाउण ते यकीन रखदे ने, खास करके असाईयत ते इस्लाम। हुण बाहर वैसे शुरू हो गया जी, गोरे फूकना शुरू करन लग पए, क्योंकि कबरां महंगियां बड़ियां हो गईयां। कबरां दी भी सच्ची गल, अमीरां दीयां कबरां वखरियां जे, गरीबां दीयां वखरियां जे। वो तां जिउंदी पहलां खरीद जांदे ने, इन्ने दे डब्बे च मैनूं पाओ, वो डब्बे च पांदे ना जी। $10,000 वाला मेरा डब्बा बने, खरीद के लग जाते। मैं सोचना तू डब्बा आके देखना, पर बंदा मरन तो बाद भी कहेगा कि बाकी जिन्ने तुसी मरे हो, तुसी सारे $2,500 वाले विचों मैं $10,000 च पिया हूं। देखो बंदे दी कौमे। हजूर सच्चे पातशाह कहंदे ने एक दज्जा है, इकना नूं साड़िया जांदा है, एक दबियां है, इकना नूं जमीन पट के दबिया जांदा है, इकना कुत्ते खाएं। एक ऐसे ने जिन्हां दी बॉडी कोई सांभदा नहीं, कुत्ते कावां ते इल गिर जाउंदियां ने, वो बांस नोच नोच के खाई जांदियां, कोई नहीं सांभिया। एक ना कुत्ते खाएं, एक पानी विच उसटियां। एक ऐसे ने जिहड़े पानी विच सट दिंदे, जल प्रवाह कर दिता जांदा है। अगली तो कि एक पी फिर हसन पाए। हसन दा अर्थ हसना भी है। इत्थे हसन दा अर्थ तुसी पारसी लोकां नूं शायद गिनती बहुत घट है ना पारसियां दी जी। ये जदों कोई बंदा मर जाता है ना जी, ये इन्हां दा स्थान एक दायरा है, उन्होंने कहते टावर ऑफ साइलेंस। टावर ऑफ साइलेंस जिवें असीं शमशान घाट कहने ना जी, वो की करते हैं, खूह पट्टिया हुंदा है, उस खूह दे उत्ते उस बॉडी नूं रख दिंदे ने, जां मान लो किसी ढंग नाल उहनूं टंग दिता जांदा। हसन दा अर्थ हुंदा खूह। एक पी फिर हसन पाही, उहदे उत्ते बॉडी रख दित्ती, बॉडी गल लग पई, कां आए खा गए, गिरजां आईयां खा गईयां। ऐसता जदों सारा चम नाड़ा खाधियां जांदियां ने ना, उदों ढांचा खूह विच डिग पैंदा। वो कहंदे ने टावर ऑफ साइलेंस। मेरे सतगुरु ने देखो सारियां गल्लां बाणी च कहियां। असीं तां फुੱਲ चुक के तुरे फिरने, कोई हरिद्वार भज्जिया जांदा, कोई कीरतपुर भज्जिया जांदा। मैं चलो ये सब्जैक्ट नहीं मेरा, पर मैं बेनती जरूर करां। गुरु साहब कहंदे ने एक दज्जा है, एक दबियां, एक ना कुत्ते खाहें, एक पानी विच उसटियां, एक पी फिर हसन पाहें। 5 हो गए ना जी, दज्जियां, दबियां, कुत्ते, पानी ते हसन। एक दज्जा, एक दबियां, एक ना कुत्ते खाएं, एक पानी विच उसटियां, एक पी
फिर हसन पाए गुरु साहब जी, जेड़ा दबिया गया जाऊगा भीशत नूं, जेड़ा फूकिया गया जाऊगा अगे। महाराज कहते नहीं, नानक एव ना जापई किथे जाए, समाहे ये तो पता ही कोई नहीं अंदर वाली रूह किथे चली गई। ये साडियां मनौतां ने। गुरु नानक साहब ने एक दलील दी, कमाल की गल, इस्लामी राह विच सच बोलिया। उत्थे सच बोलना मौत तो खाली नहीं सी। किसी के अकीदे बारे कह देना मिट्टी मुसलमान की पेड़ा पई कमिहा। मैं दे अगे अर्थ करना, मैं तुहानूं एक उदाहरण होर दे जाना कि गुरु नानक साहब के परम शिष्य बड़े प्यारे सिख जिन्हां गुरमुखां ने तकरीबन 50 साल गुरु नानक साहब की संगत की। बाबा लैणा साहब ने सिर्फ 1532 तो लैके 1539 तक संगत की। गुरु अंगद देव जी ने, कल्ले भाई मरदाना जी ने जिन्हों ने 52 साल के करीब गुरु नानक की संगत की, अद्धी सदी ना रबाब वजाई। तो तुसी सुनते हो भाई मरदाने का जिक्र बड़ा घट किया जाता है, जदों किया जाता है तो मजाक ही बनाया जाता है। गुरमुखो कदी सोचो इस गल नूं, गुरु नानक साहब नूं एक बारी सज्जन ने एक शब्द सुनिया, सच्ची मुच्ची संत बन गया। कौडा राक्षस आदमखोर एक बारी गुरु दे दीदार पाए, गुरु ने राक्षस बिरती खत्म करके रूहानियत नाल मालो माल कर दिता। दुनी चंद ने एक सूई दी ते दीन नाल जोड़ के रख दिता। बगदाद की धरती ते पत्थर मारन आए, गुरु ने बांग दी ते लोग सुन हो गए। ते जिन्हें 50 साल 52 साल गुरु नानक ने रबाब वजाई, वह अंदर पला चेंज नहीं होया। कैसा आनंद होगा जदों कीर्तन करते। 52 साल कीर्तन किया। करतारपुर की घटना है, मैं सिर्फ बेनती करांगा तो गल स्पष्ट हो जाएगी। साड़ना फूकना पानी च, सतगुरु गुरु नानक साहब बैठे ने। भाई कान सिंह नाभा खास करके भी जिक्र करते हैं। भाई बाले वाली साखी च लिखा है कि भाई मरदाने का अंत कुर्म दरिया के कंढे होया। अफगानिस्तान वाल की गल करते, पर ज्यादातर जिहड़े विद्वान ने वो इस गल नाल सहमत ने कि भाई मरदाना साहब का अंत करतारपुर होया है, जिहड़ा पाकिस्तान विच है। महाराज जी ने देखा भाई मरदाना जी ढिले होए ने, क्योंकि शरीर जे दान का तरीका है, कोई ना कोई विध बहाना बनने। गुरु नानक साहब कोल बैठे, भाई मरदाना साहब जी नूं प्यार किया। उम्र करके गुरुदेव तो 10 साल वड्डे ने भाई मरदाना जी। ये भी गल चेते रखियो, साडे लोग सुनाते हैं वो जम्मिया ते मां ने क्या मर जाना मर जाना। महाराज जी ने क्या मरदाना नहीं हो प्यारिओ, इतिहास नूं घोखो मक्खी ते मक्खी ना मार गई। 10 साल भाई मरदाना जी गुरु नानक साहब तो वड्डे। अंतला समा आया, हजूर ने कोल बुलाया, कह लगे मरदानिया तू बहुत साथ दिता। ते भाई गुरदास साहब ने तो शब्द वरते ने, एक बाबा अकाल रूप, दूजा रबाबी मरदाना। एक उन्होंने होर शब्द वरते है कि भला रबाब वजाए दा मजलिस मरदाना मेरा सी। बड़ी भली रबाब वजांदा है भाई मरदाना। अंतला समा सतगुरु कहने तू रबाब वजाई, तू बहुत साथ दिता। थोड़ा जा बैराग आया, कह लगे मरदानिया तेरे जान तो बाद तेरी देह नूं की दाग दईए। दाग समझ गए ना पांच, तेरा संस्कार की करिए अंतम। उन्हें अगले शब्द जेड़े कहे ये भाई मनी सिंह की ज्ञान रत्नावली विच, तेनू की दाग दईए। अगों हस के कहंदे ने सच्चे पातशाह तेरे शब्द की प्रीत करके मैं देही तो बाहर निकल गया। मैं देही च है नहीं, मैं तो वख हो के देही नूं देखना पिया। मैं दृष्टा बन के देख रहा मत समझो मेरा शब्द, मैं बॉडी च नहीं। हस पै कहन लगे मरदानिया जे तू कहें ते तेरी देही नूं अगन नाल दाग दईए, जे तू चाहे तो तेनू जल प्रवाह कर दईए, जल च दाग दे दईए। अगों हस के कहंदा बाबा जी अजे भी दे दियां गल्लां, ध्यान नाल सुनियो। महाराज टनकारे अंतले समय तेनू जल च दाग दईए, चिखा अग च दईए। कहन लगा महाराज अजे भी दे दी गल। कहन लगे खवा विच बॉडी रहन दईए, शरीर काया।
चौथी गल कही, जे तू चाहे तो तेरे जान तो बाद कबर विच दनवना के पत्थर ला देंगे, लोग तेरी कबर की पूजा करनगे। कहंदे भाई मरदाना हस पिया, कहंदा बाबा जी सतगुरु जी सारी जिंदगी शब्द गा गा के मैं चमड़े की कबर चो निकलिया वा, हुण चमड़े की कबर चो कढ के पत्थरां दी कबर च ना रखो, जिथे रखना अपनी चरनां विच रखिया। चमड़े की कबर चो निकल गया है, ये भी तो कबर है, मैं ये चो निकल गया, तेरी मर्जी है पानी च रख, तेरे मर्जी अग च फूक, मेरा कोई संबंध नहीं अंतम इस क्रिया नाल, मैनू तो इको पता मैं जिउंदे जी देई तो मुक्त हो चुका हूं। तेरे शब्द की कृपा नाल चम की कबर चो निकले नू तू पत्थर की कबर च ना दब। उथे गुरु ने हस के क्या, मरदानिया तेनू असी रावी च जल प्रवाह करांगे, अमृत वेले तू जाके किनारे ते वैगुरु वैगुरु जपी। भाई मनी सिंह ज्ञान रत्नावली च लिखते ने, अगर क्या तू ब्राह्मण नू पछाता तू ब्राह्मण हो गया, क्योंकि गुरमत विच ब्राह्मण वर्ण का नाम नहीं, गुरमत विच ब्राह्मण होवे जिहड़ा ब्रह्म नू पहचान लैंदा, वो किसी भी कुल विच पैदा होवे। कहो कबीर जो ब्रह्म विचार है सो ब्राह्मण कहियत है, हमारे साडे घर च ब्राह्मण होवे जिहड़ा ब्रह्म नू पहचान के। तू ब्राह्मण होया, तू ब्रह्म नू पहचानिया। कह लगे अमृत वेले रावी दे किनारे भाई मरदाना साहब गए, भाई मनी सिंह लिखते ने वाहिगुरु वाहिगुरु जपन लगे, इकागर होके ब्रह्म रुद्र नू फोड़ के। चलो कई सज्जना हो सकता कथा सुनते हैं गल फिट ना पवे, क्योंकि वो दसम द्वार ते स्पिरिचुअलिटी ते इन्ना कोई भरोसा नहीं करते, क्योंकि वो खुद ही ब्रह्मा ने, वो अपने आप ही फैसले करते हैं। ब्रह्म रुद्र नू फोड़ के प्राण निकले। मेरे गुरु नानक साहब ने अपने हथी भाई मरदाने नू रावी विच जल प्रवाह किया, करतारपुर दे करके कड़ा प्रसाद वरताया। भाई मरदाने का पुत्र अखां भर आया। गुरु नानक साहब अंदर बैराग सी। चेते रखियो, रोवण वाला स्यापे करने वाला नहीं, जे प्यारा चला जाए तो बाबा जी भी कहते हैं, सज्जन मेरे रंगले जाए सुते जिरान, खांपी वन्या डूमनी रोवा झीणी बाण। सच है कहन लगे शहजादे नूं दे बेटे नूं कोल बुला के नाले देख दिती उन्हें, नाले पिठ ते थापड़ा दे के कहंदे ने शहजादा बेटा रोना नहीं, बच्चा सी। कहन लगे तू कीर्तन करी करी असीं सुनांगे। कहंदे ने रोई ना, क्यों? कहंदे जेड़े अपने घर नूं चले जाण उन्हां नूं नहीं रोईदा, रोईदा तां उन्हां नूं जेड़े घरां चों गवाच जांदे ने। ये अपने घर चले गए। मैं एक बेनती करा, जिहड़ा बंदगी करके पहुंच चुका है ओदी बॉडी किते भी पई रहे। हुण गुरु तेग बहादुर साहब दा, गुरसिखों मेरी गल सुनो, धर दा संस्कार दिल्ली होया है ते सीस दा संस्कार आनंदपुर होया। अस्त किथे साहिबजादियां दी देही किन्ना समा पई रही है, संस्कार टोडरमल ने कीता। कई सिंह ऐसे होणगे जिन्हां नूं जंगल अध वाटे पता नहीं, पिछले समय च भी किथे किथे को के शहीद किया, किसी अरदास भी नहीं की, संस्कार भी नहीं किया। नहीं, ये गल नूं गुरु नानक साहब कहंदे इस मनौत नूं समझ। तो ये कह रहे हैं कि मरण तो बाद कबर विच जेड़े दफनाए जाणगे वो ही परवान ने, जिन्हां नूं फूकिया जांदा वो दोजख सड़नगे। गुरु ने कहा आ तू हिंदू नूं फूकण तो बाद गल्लां करना, मैं तेरे तो सवाल पूछना चाहना। एक है पवित्र श्लोक कि महला पहला मिट्टी मुसलमान की। इत्थे मिट्टी का अर्थ आपां करांगे मुसलमान दी कबर दी मिट्टी, जिथे उन्होंने दफनाया गया। मिट्टी मुसलमान की। अगे महाराज कहते पेड़ है पई, भई नहीं पढ़ना, ते पेड़ है दुलावा है। मिट्टी मुसलमान की, मान नहीं मान नन्ना लगा। मिट्टी मुसलमान दे कबरां दी मिट्टी, क्योंकि मैं दे अर्थ स्पष्ट करना चाहना ता मैं जोर दे रहा। पेड़ है, आ पेड़े का अर्थ कईयां ने किया है, पेड़े का अर्थ भेटा, वैसे पेड़े का अर्थ तुम समझते हो ना, चक उत्ते रख के जिवें रोटी वाला भी पेड़ा बनाया जाता। इत्थे शब्द पेड़ है पई, घुमियार, घगे नाल नहीं, घुमियार नहीं। चेते रखियो कक्के नूं औंकड़ लगी है, घुमियार कक्के नाल, कक्के थले औंकड़े, घग्गा नहीं हैगा। मुसलमान दे कबरां दी चीकनी मिट्टी,
ਜਿਹੜੇ ਬੰਦਿਆਂ ਨੂੰ ਦਫਨਾਇਆ ਕਈ ਸਦੀਆਂ ਹੋ ਗਈਆਂ, ਉਹਨਾਂ ਦੇ ਕਬਰਾਂ ਦੀ ਮਿੱਟੀ ਪੇੜਾ ਪਈ, ਘੁਮਿਆਰ ਨੇ ਉਹਦਾ ਪੇੜਾ ਬਣਾ ਲਿਆ, ਉਹਦੇ ਪੇੜੇ 'ਚ ਪੈ ਗਈ, ਇਉਂ ਕਹਿ ਲਈ ਉਹਦੇ ਵੱਸ 'ਚ ਹੋ ਗਈ, ਉਹਨੇ ਪਕੜ ਲਈ। ਸਿੱਧੇ ਅਰਥ ਕਰੀਏ ਜੀ, ਪੇੜਾ ਪਈ ਘੁਮਿਆਰ। ਅੱਗੇ ਮਹਾਰਾਜ ਕਹਿੰਦੇ ਨੇ ਘੜ ਭਾਂਡੇ ਇੱਟਾਂ ਕੀਆਂ। ਉਹਨੇ ਉਸ ਚਿਕਨੀ ਮਿੱਟੀ ਨੂੰ ਚੱਕ ਤੇ ਚੜ ਕੇ ਕਮਾਇਆ, ਉਹਨੇ ਘੜ ਕੇ ਉਹਦੇ ਭਾਂਡੇ ਬਣਾਏ, ਉਹਨੇ ਚਿਕਨੀ ਮਿੱਟੀ ਦੀਆਂ ਛੋਟੀਆਂ ਇੱਟਾਂ ਵੀ ਬਣਾਈਆਂ, ਵੱਡੀਆਂ ਇੱਟਾਂ ਵੀ ਬਣਾਈਆਂ। ਤੇ ਮਹਾਰਾਜ ਕਹਿੰਦੇ ਨੇ ਉਹਨੇ ਫਿਰ ਆਵੇ ਵਿੱਚ ਬੀੜ ਦਿੱਤੀਆਂ। ਜਿਵੇਂ ਆਵੇ ਆਪਾਂ ਦੇਖਨੇ ਭਾਂਡਿਆਂ ਦਾ ਆਵਾ, ਇੱਟਾਂ ਦਾ ਆਵਾ। ਮਹਾਰਾਜ ਕਹਿੰਦੇ ਨੇ ਘੜ ਭਾਂਡੇ ਇੱਟਾਂ ਕੀਆਂ। ਜਦੋਂ ਆਵੀ ਵਿੱਚ ਫਿੱਟ ਕਰ ਦਿੱਤੀਆਂ, ਉੱਤੇ ਮਲੀ ਪਾ ਦਿੱਤੀ, ਉੱਤੇ ਮਲੀ ਪਾ ਕੇ ਗੋਹਾ ਪਾ ਕੇ ਫਿੱਟ ਕਰਕੇ ਉਹਨੇ ਅੱਗ ਲਾ ਦਿੱਤੀ। ਹੁਣ ਮਹਾਰਾਜ ਕਹਿੰਦੇ ਹੁਣ ਕੀ ਹੋਇਆ? ਹਜ਼ੂਰ ਕਹਿੰਦੇ ਨੇ ਜਲਦੀ ਕਰੇ ਪੁਕਾਰ, ਪੁਕਾਰ ਨਹੀਂ, ਇੱਕ ਔਂਕੜ ਲੱਗੀ ਹੈ ਪੁਕਾਰ। ਹੁਣ ਉਸ ਮਿੱਟੀ ਨੂੰ ਲੱਗੀ ਅੱਗ, ਭਾਵੇਂ ਉਹ ਇੱਟਾਂ ਦੇ ਰੂਪ ਵਿੱਚ ਸੀ, ਭਾਵੇਂ ਭਾਂਡੇ ਦੇ ਰੂਪ ਵਿੱਚ। ਜਲਦੀ ਕਰੇ ਪੁਕਾਰ, ਹੁਣ ਉਹਦੇ ਵਿੱਚੋਂ ਛੂੰ ਛੂੰ ਦੀ ਆਵਾਜ਼ ਆਉਣ ਲੱਗੀ। ਮਹਾਰਾਜ ਕਹਿੰਦੇ ਕਦੀ ਤੁਸੀਂ ਇੱਟਾਂ ਦਾ ਆਵਾਜ਼ ਤੇ ਚਲੋ ਬੰਦੇ ਹੋਣਗੇ, ਦੇਖੋ ਉਹ ਉਹਨਾਂ ਭਾਂਡਿਆਂ ਜਦੋਂ ਅੱਗ ਲੱਗਦੀ ਤੇ ਮਿੱਟੀ ਚੋਂ ਛੂਕਣ ਦੀ ਆਵਾਜ਼ ਨਿਕਲਦੀ ਸੇਕ ਕਰਕੇ। ਮਹਾਰਾਜ ਕਹਿੰਦੇ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਰੋਵੇ ਬਪੜੀ, ਬਪੜੀ ਦਾ ਅਰਥ ਹੈ ਵਿਚਾਰੀ। ਹਜ਼ੂਰ ਕਹਿੰਦੇ ਉਹ ਵਿਚਾਰੀ ਮਿੱਟੀ ਰੋਂਦੀ ਪਈ ਏ। ਉਹ ਤੂੰ ਕਹਿ ਰਿਹਾ ਹੈ ਕਿ ਜਿਹੜੀ ਰੂਹ ਹੈ ਅੱਗ 'ਚ ਫੂਕੀ ਜਾਏ ਤੇ ਰੂਹ ਦੋਜ਼ਖ ਨੂੰ ਜਾਂਦੀ ਏ। ਆ ਦੇਖ, ਜੇ ਕਬਰਾਂ ਵਿੱਚ ਰੀਖ ਹੁੰਦੀ ਤੇ ਆ ਮਿੱਟੀ ਨੂੰ ਅੱਗ ਲੱਗਦੀ, ਕਿਤੇ ਰੂਹ ਰੋਂਦੀ ਤੇ ਨਹੀਂ ਪਈ, ਜਿਵੇਂ ਅਸੀਂ ਸ਼ਬਦ ਵਰਤਨੇ। ਹਜ਼ੂਰ ਕਹਿੰਦੇ ਨੇ ਜਲ ਰੋਵੇ ਬਪੜੀ, ਉਹ ਅਥਰੂ ਸੱਟਦੀ ਪਈ ਮਿੱਟੀ, ਉਹ ਰੋਂਦੀ ਪਈ ਹੈ, ਫੂਕੀ ਜਾ ਰਹੀ ਹੈ। ਜਲ ਰੋਵੇ ਬਪੜੀ, ਝੜ ਪਵੇਂ ਅੰਗਿਆਰ, ਅੰਗਿਆਰੇ ਝੜਦੇ ਪਏ ਨੇ ਉਹਦੇ ਵਿੱਚ, ਕਿਉਂਕਿ ਜਦੋਂ ਅੱਗ ਲੱਗਦੀ ਹੈ ਉੱਤੇ ਜਿਹੜੀ ਮਲੀ ਪਾਈ ਹੈ, ਅੰਗਿਆਰੇ ਬਣ ਕੇ ਉਹਦੇ 'ਚ ਡਿੱਗਦੇ ਨੇ, ਉਹਦੇ ਵਿੱਚ ਇੱਟਾਂ ਦੇ ਅੰਗਾਰ ਡਿੱਗਦੇ ਪਏ ਨੇ, ਉਸ ਭਾਂਡਿਆਂ ਦੇ ਵਿੱਚ ਅੰਗਾਰ ਡਿੱਗਦੇ ਪਏ ਨੇ। ਜਲ ਰੋਵੇ ਬਪੜੀ, ਝੜ ਪਵੇਂ ਅੰਗਿਆਰ। ਗੁਰੂ ਸਾਹਿਬ ਕਹਿੰਦੇ ਨੇ ਕਿਹੜੇ ਭੁਲੇਖੇ 'ਚ ਤੁਰਿਆ ਬੈਠਾ। ਅੱਗੇ ਸਤਿਗੁਰੂ ਦੇ ਬਚਨ ਨੇ, ਨਾਨਕ ਜਿਨ ਕਰਤਾ ਕਾਰਨ ਕੀਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਕਰਤੇ ਪੁਰਖ ਨੇ ਸਭ ਕੁਝ ਬਣਾਇਆ, ਅਸਾਂ ਨੂੰ ਤੁਹਾਨੂੰ ਜਿਸ ਕਰਤੇ ਨੇ ਸਾਡੀ ਬੋਡੀ ਬਣਾਈ, ਜਿਹੜੇ ਕਰਤੇ ਨੇ ਸਾਡੇ ਵਿੱਚ ਜੀਵ ਆਤਮਾ ਟਿਕਾਈ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ। ਇਹ ਤਾਂ ਕਰਤਾਰ ਨੂੰ ਪਤਾ ਹੈ ਕਿ ਉਹਦੀ ਰੂਹ ਮਰਨ ਤੋਂ ਬਾਅਦ ਕਿੱਥੇ ਚਲੇਗੀ। ਤੂੰ ਕਬਰਾਂ ਵਿੱਚ ਰੂਹਾਂ ਨੂੰ ਬੰਦ ਕਰਕੇ ਨਾ ਬੈਠ। ਇਹਦਾ ਸ਼ਲੋਕ ਦਾ ਭਾਵ ਇਹ ਵੇ ਕਿ ਮੰਨ ਲਿਆ ਜਾਏ ਜੇ ਕਬਰ ਦੇ ਵਿੱਚ ਰੂਹ ਹੈ, ਉਹ ਤਾਂ ਮਿੱਟੀ ਚਿਕਨੀ ਬਣ ਗਈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਸਾਡੇ ਵੀ ਇਹ ਸਿਸਟਮ ਸਭ ਦੇ ਹੁੰਦਾ ਹੈ ਜੀ। ਸਾਰੀ ਜ਼ਿੰਦਗੀ ਬੰਦੇ ਨੇ ਕਦੀ ਸਿਮਰਨ ਨਹੀਂ ਕੀਤਾ, ਗੁਰਦੁਆਰੇ ਨਹੀਂ ਗਿਆ। ਅਰਦਾਸ ਕਰਨੀ ਚਾਹੀਦੀ, ਮਾੜੀ ਗੱਲ ਨਹੀਂ। ਉਹ ਚੁੱਕ ਕੇ ਲਿਆਉਣਗੇ ਗੁਰਦੁਆਰੇ, ਮੱਥਾ ਟਿਕਾ ਜਾਓ। ਉਹ ਜਿਉਂਦਾ ਤੇ ਮਹਾਰਾਜ ਨੂੰ ਗਾਲਾਂ ਕੱਢਦਾ ਰਿਹਾ, ਮਰੇ ਦੀ ਮਿੱਟੀ ਚੁੱਕ ਕੇ ਇੱਥੇ ਗੁਰਦੁਆਰੇ ਆਇਆ ਜਾ ਜੀ। ਕਈ ਥਾਵਾਂ ਤੇ ਦੇਖਿਓ ਚੌਰ ਮੰਗਦੇ ਦੇਖੇ ਨੇ, ਉੱਚੇ ਚੌਰ ਕਰਨੀ ਹੈ ਜੀ ਮਿੱਟੀ ਦੇ ਉੱਤੇ। ਹੁਣ ਹੈ ਕਿ ਸਾਡੀ ਕਹਾਣੀ ਕੀ ਹੈ? ਪਹਿਲੀ ਗੱਲ, ਰੂਹਾਂ ਵਾਲਾ ਪ੍ਰਕਰਨ ਵੱਖਰਾ ਹੈ। ਮਰਨ ਤੋਂ ਬਾਅਦ ਰੂਹ ਕਿੱਥੇ ਜਾਂਦੀ, ਇਹ ਕਦੀ ਅੱਗੇ ਸਮਾਂ ਆਏਗਾ ਮੈਂ ਅਰਜ਼ ਕਰਾਂਗਾ, ਪਰ ਮੈਂ ਸੰਖੇਪ ਜੀ ਬੇਨਤੀ ਕਰਦਿਆਂ ਜੋ ਗੁਰਮਤਿ ਨੇ ਕਿਹਾ ਇਹ ਨਹੀਂ ਕਿ ਰੂਹ ਦਾ ਅੱਗੇ ਜਨਮ ਨਹੀਂ। ਸੱਚ ਇਹ ਵੇ, ਇਹ ਫੈਸਲਾ ਕਰ ਦੇਣਾ ਵੀ ਜੇ ਦੱਬਿਆ ਜਾਏਗਾ ਤਾਂ ਮੁਕਤ ਹੋਵੇਗਾ, ਤਾਂ ਵੀ ਇਸ਼ਟ ਜਾਏਗਾ, ਜੇ ਫੂਕਿਆ ਜਾਏਗਾ ਤੇ ਤਾਂ ਮੁਕਤ ਹੋਏਗਾ। ਸਤਿਗੁਰੂ ਕਹਿੰਦੇ ਨੇ ਤੇਰੇ ਮਨ ਦੇ ਭੁਲੇਖੇ ਨੇ। ਪਹਿਲੀ ਗੱਲ ਤਾਂ ਕਰਤੇ ਨੂੰ ਪਤਾ ਵੀ ਉਹ ਰੂਹ ਗਈ ਕਿੱਥੇ ਵੇ, ਬਣਾਉਣ ਵਾਲੇ ਨੂੰ। ਪਰ ਬਾਣੀ ਚ ਮਹਾਰਾਜ ਜੀ ਨੇ ਇੱਕ ਬੋਲ ਕੇ ਕਹਿੰਦੇ ਜਿਹੋ ਜੈ ਫੁਰਨੇ ਲੈ ਕੇ ਬੰਦਾ ਮਰੇਗਾ, ਜਿਹੋ ਜੈ ਥਾਟ ਖਿਆਲ ਲੈ ਕੇ ਮਰੇਗਾ, ਉਹੀ ਅੱਗੇ ਉਹਦੇ ਜਨਮ ਦਾ ਸਫ਼ਰ ਬਣ ਜਾਏਗਾ। ਤੁਸੀਂ ਪਾਠ ਕਰਦੇ ਹੋ ਗੁਰਬਾਣੀ ਦਾ, ਇੱਕ ਗੁਰੂ ਨਾਨਕ ਸਾਹਿਬ ਦਾ ਬੋਲ ਹੈ, ਚੌਥਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਚੌਥਾ ਪਹਿਰ ਮੌਤ ਵਾਲਾ, ਫਸਲ ਪਾਗੀ ਹੁਣ ਕੱਟਣ ਵਾਲੇ ਨੇ ਆਉਣਾ। ਚੌਥਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਜਾਂ ਚਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ। ਪਤਾ ਹੀ ਨਹੀਂ ਲੱਗਾ ਕਿਸੇ ਨੂੰ। ਅਸੀਂ ਕਹੀ ਜਾਂਦੇ ਇੱਥੇ ਰੂਹੇ। ਗੁਰੂ ਸਾਹਿਬ ਕਹਿੰਦੇ ਨੇ
चंगा भला बंदा सुता है, सच एवे घर पत्नी सुती कोल पता ही कोई नहीं, पति केड़े वाले उडारी मार के चला गया। भेत मिलता सुते कोल नूं, ये अगले जन्मां दा पर भेत दसी बैठे। फिर बेनती सुनो, मैं एक बाणी चो होर प्रमाण तुहानूं अगे दिआंगा। जदों मेरी तुहाडी कोई बंदगी वाला गल वखरी, उहनूं पता लग जांदा मैं चले जाना, 6 महीने पहले उहदे सवासां दी गंढ अंदरों खुल जांदी। यही कारण बाबा बुढ़ा साहब जैसा महापुरख जी, धन धन बाबा बुढ़ा साहब गुरु हरगोबिंद साहब कहते हैं, आ जाओ मैं परसों चलाना कर जाना। पता लग गया। भाई गुरदास साहब जैसा गुरसिख रात नूं पहले पैर जांदा है ते गुरु हरगोबिंद साहब नूं कहते हैं, मालक अज मैं अमृत वेले चलाना कर जाना है। बंदगी करने वाले, पर आम तौर पर सानू पता ही कोई नहीं। मैं इस बाणी चो प्रमाण तुहानूं देण लगा इस करके कि असी कहिए भी रूह कबरां च बैठी है। गुरु नानक साहब उस मनोद की गल करते हैं, मारू राग च एक शब्द कह गुरु अर्जुन साहब का, मैं फिर उस प्रकरण च आवांगा, जिधर साडी बिरती है साडी रूह उधर नूं चुलेगी। हालांकि फूकण पिछे भी कोई राज सी पहला पुराने लोगों का, पर हजूर ने गुरु अर्जुन साहब ने कहा, एक दिन काया ते आत्मा जिन्हों आपां जिंद कहने, ये आपस में गलबात पे कर रहे सन। आत्मा नूं काया ने कहा, उत्थे काया नूं पत्नी बनाया ते आत्मा नूं पति बनाया। साडे समझाउण लई लफ्ज़ ने। काया ने कहा, आत्मा मैनू एक वादा कर। आत्मा पुछदा, की वादा? तू एक मैनू वचन दे के जा, मैनू कदी छड्ड के नहीं जाएगा। ध्यान नाल सुनियो। आत्मा कहंदा है, कहंदी हाँ मेरे नाल वादा कर, तू मैनू कदी छड्डेगा नहीं। आत्मा चुप कर गया, जिवें स्वाद है जी, गलबात डायलॉग। काया कहंदी तू बोलदा क्यों नहीं? आत्मा चुप है। काया फिर कहंदी है, हे मेरे पति आत्मा, तेरे करके मेरी कीमत है। तू अंदर है तो सारे लोग मैनू जी जी कह के प्यार करते ने, जे तू मैनू छड्ड के चला जा, मैनू फूक देने लोगों ने, अपने ने फूक देने। मैनू वचन दे, मैनू कदी छड्ड के नहीं जाएगा। आत्मा बोलिया, उन्हें कहा, हे प्यारी काया, तू मैनू प्यार करनी है, पर मैं तेन सच दसा? कहंदी दस। कहंदा मैं किसे दे हुक्म दा बज्जा तेरे च बैठा वां, तेरे वर्गे कई मैं शरीर हंडा के आया वां, तेनू दस के नहीं मैं जाना। तू कहनी है कि सदा ली मेरे नाल रहो, तेरे वर्गे पता नहीं कितनी को काया, किन्ने को शरीर मैं हंडा के आया, ते ये झूठ ही कि मैं तेरे नाल नहीं रह सकता। काया ने समझिया मजाक समझदा, उन्हें तुरदिया एक ये भी गल कह दी, काया गिला ना करी, मैं तेरे नाल 70 साल रहा, 80 साल रहा, जिदन मैं छड्ड के तेनू जाना, मैं तेनू भी नहीं दस के जाना, अज मैं चले आवां। कि बंदे नू पता लग जू कित्थे गई आत्मा। ये हजूर दा पवित्र बचन जी, धन कहे तू वस मैं नाले मारू राग। धन दा अर्थ है ते स्त्री काया, ते प्रिया दा अर्थ आत्मा पति। धन कहे दा मतलब काया बोल रही, धन कहे तू वस में नाले, प्रिय सुखवासी बाल गोपाले, तुझे बिना हो कित की ना लेखे, बचन दे छोड़ ना जासा है। हे आत्मा तू मेरे नाल वचन कर, मैनू छड्ड के नहीं जाएगा। फिर कहा, आत्मा ने कहा, फिर कहा को हुक्मी बंदा, ओ भारो ठाकुर जिस कान ना छंदा, मैं तो ओदा गुलाम हाँ जिन्हें मैनू तेरे च भेजिया है। वो किसी की परवाह ही नहीं मानता। ओ भारो ठाकुर जिस कान ना छंदा, जिचर राखे तिचर तुम संग रहना, जा सदे ता ऊट सिधा साख। जिदन सदा आया मैं चले जाना। अगे महाराज कहते, जो प्र बचन कहे धन साचे। आत्मा ने सच गया, पर काया समझदी मजाक है। धन कशु ना समझे चंचल काचे, बौर बौर पिरी की संग मांगे, ओ बात जाने कर हासा है। काया समझदी मजाक हो रहे। अगे सतगुरु जी दे बोल ने, आई आग्या पिरों बुलाया, नानक जिन करता कारण किया, सो जाने करतार। आई आग्या, हुक्म आ गया भी चल आत्मा छड़ देने। आई आग्या पिरों बुलाया, ना धन पूछी, काया नू तां पुछी नहीं, सलाह नहीं की, तेन छड़ दिया जी। ना धन पूछी ना मता पुकाया, ऊट सिधायो छूटर माटी, देख नानक मिथन मुहासा। कहने बाकी मिट्टी दी ढेरी रह गई। गुरमुखो, रूह ने ते साडी काया नू भी नहीं दस के जाना, अज मैं जा रहा हाँ।
कित्थे मनौत बनाई बैठे। पर जदों बंदा मरदा है, मैं एक बेनती जरूर करांगा, असी सारे मौत दीयां गराहियां वां, असी पल पल मरने पे हैं। एक बार दास ने कथा करदे कहा सी कि मौत कदी 80-90 साल बाद नहीं आउंदी। मौत वो घटना है जिहड़ी जन्म दे नाल ही शुरू हो जाती। इनू थोड़ा जिहा समझियो। मौत असी कहने 70 साल बाद बंदा मरिया, तो मैं कल परसों एक तो शायद इत्थे कथा की किते होर, बंदे मरे कोई दिनां दी काउंटिंग करके उन्होंने जिंदगी कही जाते हैं। जेड़े साल मेरे तुहाडे मर चुके ने ना, असी उन्होंने इकट्ठे करके कहने बंदा इन्ने साल जिंदगी जी के गया। ये इन्ने साल मरदियां नूं लगे, जिंदगी जी के नैगेटिव ना समझना। साडे जन्म तो बाद पहली घटना जिहड़ी साडी बॉडी नाल वापरदी मौत है। आपां कहांगे जी ये किवें? जदों आप जी जन्म की वधाई देंदे हो, उदों पहला सवास निकलदा बाहर, वो मरदा है। ते जिद्दन बंदे की मौत हुंदी है, असीं कहने इन्ने वजे अखीरला साह लिया। प्यारिओ, अखीरला कल्ला नहीं हुंदा, अखीर वाला बनदा ही तां ही जे पहला निकलिया होवेगा। समझ गए ना इस रमज नूं? पहला जिहड़ा वो शुरुआत है, अखीर वाला प्रोसैस खत्म हो गया, प्रक्रिया मुक गई। पहला सवास मौत का एक शोर है, अंतला सवास मौत का दूसरा सिर है। कौन कहता बंदा 80 साल बाद मरदा है? मरना शुरू उदों कर दिंदा जदों जन्म हुंदा है। हण मरदियां मरदियां नूं 80 साल लग जाते। पहला सवास है तां आखिरी। मैं तुहानूं एक इत्थे उदाहरण होर दे देना। मान लो असीं, मैं अक्सर कहना, पानी अग ते रखे, पानी कदों उबलदा, कितनी डिग्री ते भाप बनदा? 100 डिग्री ते ना, 99 ते नहीं ना। उबाले खा रहे, चेते रखो 99 तो बाद काउंटिंग करिए, जोड़ करिए तो कितना होर मिलता है? एक ही मिलता है ना। कला 1 डिग्री ते पानी कदी भाप नहीं बनता। जे 99 खैन, एक मिलेगा ते भाप बनेगा। वो प्यारिओ, अंतला सवास कला नहीं जे पहले ना निकलते ते अंतला किवें निकलता? 99 डिग्री बनी ते एक आई, उन्हें 100 नूं उड़ा दिता। नहीं समझो इस गल नूं। मैनू तुहानूं मौत मैनू हुण वापर रही, तुहानूं वापर रही। आ जिहड़ा मैं हुण बोल चुका, वो मर चुका है, सवास मर चुके हैं। गुरु नानक साहिब कहते बंदा समझ नहीं रहा इस गल। ये भुलेखे च पै रहा, मरण तो बाद भी बॉडी नाल जुड़िया होया। हसूर कहते नहीं, जिस करते ने सिरजिया। पर जिहड़ा मैं प्रमाण दे रहा सा, बंदे दी मौत तो बाद एक रास है, आदमी जानना चाहता कित्थे गया। ਇਹਦੇ ਵਿੱਚੋਂ ਵੱਖ-ਵੱਖ ਧਰਮਾਂ ਦੀਆਂ ਬਹੁਤ ਮਨੌਤਾਂ ਨਿਕਲੀਆਂ, ਇਹਦੇ ਵਿੱਚੋਂ ਗਤੀ ਨਿਕਲੀ, ਇਹਦੇ ਵਿੱਚੋਂ ਸਰਾਧ ਨਿਕਲੇ, ਇਹਦੇ ਵਿੱਚੋਂ ਪਿਤਰਾਂ ਦੀ ਪੂਜਾ ਨਿਕਲੀ। ਪਰ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਕਹਾਂਗਾ, ਗੁਰਮਤ ਨੇ ਇਸ ਚੀਜ਼ ਨੂੰ ਕੋਈ ਥਾਂ ਨਹੀਂ ਦਿੱਤੀ। ਗੁਰਮਤ ਨੇ ਕਿਹਾ ਹਾਂ ਤੂੰ ਕਿਸੇ ਲਈ ਸਿਮਰਨ ਬੰਦਗੀ ਭਜਨ ਕਰਤੇ ਉਹਦਾ ਭਲਾ ਹੋ ਸਕਦਾ। ਸਿਮਰਨ ਸੂਖਸ਼ਮ ਹੈ, ਸਤੂਲ ਨੇ। ਅਸੀਂ ਤਾਂ ਮਰਿਆਂ ਤੋਂ ਬਾਅਦ ਜਿੱਦਣ ਭੋਗ ਪਾਉਂਦੇ ਉਸ ਦਿਨ ਬਾਬੇ ਦੀ ਛਤਰੀ ਵੀ ਗੁਰਦੁਆਰੇ ਲੋਕੀ ਲੈ ਆਉਂਦੇ ਨੇ, कई खुंडी चुक के तुरे होंदे ने, कोई ऐनकां भी लई होंदे ने, कोई बिस्तरे चुक के तुरे होंदे ने। सच्ची मुच्ची साडे अंदर ओही गल लुकी है कि अगे बिस्तरा इहनूं किहड़ा देगा। हालांकि कहा जाता है कि बंदे नूं साल लगदा। मैं बेनती करां गुरमुखो, इस चीज़ नूं गुरु ने नहीं मन्निया। असीं कहने भी नहीं जी अंदर दा झस तां यही है ना। फिर कह दें नहीं जी इसे बहाने ना चलो गुरुद्वारे दे बिस्तरे बन जांदे ने। मुंडे दे विआह नूं बिस्तरे दे दिओ। मुंडे दे विआह नूं डर लगदा क्योंकि मरियां दे बिस्तरे दित्ते जांदे। असी कंबने अंदर ये बहाने नाल गुरुद्वारे दीयां चीज़ां तां उंज भी बन सकदियां। ते मैं करिए जदों सिख आउंदा ना, चुक के भांडा, बिस्तरा, चिमचा, कौली, वो सब कुछ चुकी आउंदा। कई फ्रूट चुकी आउंदे ने। मैं एक सज्जन नूं पिया, वो रसगुल्ले लैके आया, कहंदा पापा जी रसगुल्ले बड़े खांदे सन। मैं क्या वाहिगुरू सच्चे पातशाह। कहंदा ज्ञानी तुहाडा की ख्याल? मैं उन्हें एक उर्दू का शेर सुनाया। मैं क्या भी सितारे समझते हैं कि गगन बदला है। बाणसी सिख गए। सितारे समझते हैं कि गगन बदला है, बुलबुल समझती है कि चमन बदला है, मगर कब्र की खामोशी कहती है यार लाश तो वही है पर कफन बदला है। अंदर वाली मनौत उत्थे टिकी है ना। कदी ਉਹਦੇ ਲਈ ਸੁਖਮਣੀ ਸਾਹਿਬ ਦਾ पाठ कर लो। मैं बाणी चो बेनती करा, गुरु अमरदास तुर लगते ने, कहते मेरे तो बाद की करोगे, की करना है तुसी? मैं थोड़ा जा पर करने वधा के ले लिया क्योंकि जरूरी सी।
क्योंकि असी हर गल आत्मा नाल जुड़ी करनी है। गुरु साहब की मैं बाणी तो तुक लै लवां कि चौथा पैरा रैन कै वणजारिया मित्रा लावी आया खेत, जांजम पकड़ चलाया वणजारिया मित्रा किसे ना मिलिया भेत। किसे नूं खबर ही नहीं सी। ते लोग साडे कहिंदे आ वो चंगा भला ही मर गया। चेते रखो चंगे भलियां नूं मौत आउंदी हुंदी, होर मौत ने डंके ते नहीं वजाणे भी पिंड वाले तैयार हो जाओ मैं आ गई। कहते पता ही कोई नहीं लगा, चंगा भला खांदा पींदी तुर गए। मौत का खान नाल की संबंध? इत्थे रोकी बुरकी मूँह च पाई हुंदी, अगली बुरकी नहीं पा सकते। रब की खेड ऐसी। अंत काल जो लक्ष्मी सिमरै, चेता है ना जी, जो कुछ मैं चेते कर रहा अगे मेरे लिए तैयार है, पर यह भी करते की खेड च है। उन्हें बना दी खेड। अंत काल जो लक्ष्मी सिमरै ऐसी चिंता मैं जे मरै, सर्प जोन वल वल उतरै। ये सारा शब्द। पर अंत काल जो नारायण सिमरै ऐसी चिंता मैं जे मरै, बद तरलोचन ते नरमकता पीतांबर ताक वाकै हृदय बसै। सिमरन करदियां बंदा जाए। गुरु अमरदास जान लगे ने रामकली साधे जी गुरु ग्रंथ साहिब के अंदर पाठ करने वाले नूं पता है। मैं सिर्फ एक दो उदाहरण दे के संपन्नता करांगा। महाराज जी ने अपने पुत्र, अपने भरा, अपने सिख सारे सद ले। जेड़े शब्द कहे वो शब्द कहे, जग दाता सोए भगत वछल त्यों लोए जियो, गुर शब्द समावै अवर न जाने कोई जियो। अवरो न जाने शब्द गुर कह एक नाम त्यावै, प्रसाद नानक गुरु अंगद परम पदवी पावै। आया हकारा चलन वारा, हर राम नाम समाया, जग अमर अटल अतोल ठाकुर भगत ते हर पाया। हर भाना गुर पाया, केड़ी चीज साडे नाल जाएगी? हर भाना गुर पाया, गुर जावै हर पर पास जियो। सतगुरु करे हर पै बेनती, मेरी पैज रखो अरदास जियो। वाहिगुरु जी मेरी पैज रख लिया जी। कभी जिउंदे जी अपनी अरदास करके जाइए ना, मेरी पैज रखो अरदास जियो। पैज रखो हर जनै केरी कर देवो नाम निरंजनो, अंत चलदियां होए बेली जमदूत काल निखंजनो। सतगुरु की बेनती पाई, हर प्रभ सुनी अरदास जियो। हर तार कृपा सतगुरु मिलाया, धन धन कहे शाबाशियो। अगली तुक सुनियो, मेरे सुख सुनो पुत भाईओ, मेरे सिखो मेरे पुत्रो मेरे भरावो। गुरु अमरदास कहते मेरे को आओ, मेरे सिख सुनो पुत भाईओ, मेरा हर प्रभ भाना आओ मैं पास जियो। मेरे परमात्मा की रजा आ गई तो कहते अमरदास मेरे को आ जा। हर भाना गुर पाया, गुर जावे हर प्रभ पास जियो। मैनू परमात्मा का भाना चंगा लगे। ਉਹਦੇ अखीर ते सतगुरु ਨੂੰ ਵਿੱਚੋਂ ਤੁਕਾਂ ਲੈ ਲੈਣਾ। हजूर ਕਹਿੰਦੇ ਨੇ मेरे जान तो बाद रोयो ना। क्यों नहीं रोना? कहते एक मित्र ने कमाई की होवे, ਉਹਨੂੰ ਸਰੋਪੇ मिलते होण ते दूजा ਉਹਦੇ ਸਰੋਪਿਆਂ ਨੂੰ देख के रोवे ना, ਉਹ रब ਦਾ शुक्र किन्ने जिन्ने दात दित्ती। मित पैजै मित बिगसै, जिस मित की पैज पावे। तुसी विचार देखो पुत पाई, हर सत गुरु पहनावे। मैनू तो करते पुरख ने दिता है। सिर्फ गुरु नानक साहब इस गल ते जोर दे रहे ने कि शरीर विच रूह आत्मा है। मुसलमान वीर ओनू दफनांदे ने, पर यह कह देना जेड़ा चिखा च फूक रहा वो दोजक जाएगा। महाराज कहते ना, तू किसी दूसरे ते क्यों ब्लेम कर रहे कि ये अग च सड़ गया तो दोजक सड़ना, काफर सारे सड़नगे, असी बच जाएंगे। मैं पिछले दिन टीवी ते सुनिया एक नौजवान नूं कह रहे सन, वो बड़ा चलिया जी इस्लाम धारण कर लिया जी उन्हें। यह भी एक परपंच हुंदा, वो भी कितों फड़ लिया होना चलता फिरदा बंदा। वो कहंदा जी मैं तां धारण कर लिया, मैनूं पता लग गया जी मरण तो बाद रूहां अगे जांदियां। मैं एक बेनती करा, नहीं ये कादा पखंड है? गुरु नानक साहब का लॉजिक है, मिट्टी मुसलमान की पेड़ा पई कुम्हार, घर भांडे इट्टां कियां जल्दी करे पुकार। जल जल रोवे बपड़ी झड़ झड़ पवे अंगियार, नानक जिन करता कारण किया सो जाने, करतार रब जानदा है। वो रूह कित्थे जानी है? पर हाँ एक मैं बेनती कर दिया, गुरबाणी कहंदी है रूह नाल कीर्तन जाएगा, रूह नाल सिमरन जाएगा, रूह नाल बंदगी जाएगी। बॉडी नहीं जाएगी पर सिमरन जाएगा। ताई साहब ने क्या, वैदो ना वाई भैणो ना भाई, एको सहाई राम है। जय मात पिता सुत मीत ना भाई,
मन ऊहा नाम तेरे संग सहाई, जै मां भयान दूत जम दलै, तै केवल नाम संग तेरा चलै। जिथे कुछ नहीं जाना उत्थे सिर्फ परमात्मा का नाम जाएगा। इस मनौत नूं असीं थोड़ा जिहा उठीए। साडी श्री अकाल तख्त साहिब की निर्धारित मर्यादा च है, जदों प्राणी चढ़ाई कर जाए, भावें वो मंजे ते भावें वो जमीन ते है, साडे सिੱਖੀ ਦੇ दायरे च ਉਹਨੂੰ ਜ਼ਮੀਨ ਤੇ ना लटाओ। मेरी बेनती है, जे वो मंजे ते चलाए चढ़ाना कर गया सी कुदम चुक के थले सट दी, नहीं जे मंजे ते मर गया मुक्ति नहीं होनी है। नहीं नहीं, साडी जो साडे मर्यादा च लिखिया जी, साडे दा अर्थ ईगो च नहीं लेना। मैं कल भी अर्थ की सी, नियम चलन वास्ते हुंदे ने। उस तो बाद है कि प्राणी चलाना कर जाता है, असी जल प्रवाह भी कर सकने। संस्कार अखीर तो दे शरीर नूं समेटन की गल है, ना कि उस समेटन वाली क्रिया नूं मुक्ति नाल जोड़ लेना। शरीर नूं समेटन का गल है, पानी मिल जाए, पानी च अगन, वैसे तो अग च बड़ा वधिया हिंदुस्तान का तरीका सी। एक दिन सारी दुनिया नूं अपनाना पैना है कि बॉडी नूं समेटन वास्ते अग बड़ी कारगर है। मान लो उस तो बाद असी लोग कहने अस्थियां चुगनियां, पर गुरमत विच शब्द वरत्या गया अंगीठा समेटना, अस्थियां चुनियां नहीं लिखिया। लोग की करते हैं जी, पानी लै लिया, दुध जा लैके जाते ना, छट्टे मारे कच्ची लस्सी दे विचों अस्थियां चुग। गुरमत च है कि जिन्ना अंगूठा ठंडा हो जाता है, ਉਹਨੂੰ ਚੰਗੀ ਤਰ੍ਹਾਂ ਲਪੇਟ ਕੇ ਕਿਸੇ ਕੱਪੜੇ 'ਚ ਬੰਨ ਲਓ, ਕਿਸੇ ਬੋਰੀ 'ਚ ਪਾ ਲਓ, ਅਸਥੀਆਂ ਨੂੰ ਵੱਖ ਨਹੀਂ ਕਰਨਾ। ਪਰ ਅਸੀਂ ਸਿੱਖ ਕਰਨੇ ਆ, ਅਸੀਂ ਕਰਨੇ ਆ। ਉਹ ਚੁੱਕ ਕੇ ਜਿਹੜੀਆਂ ਨੇ ਅਸਥੀਆਂ ਪਾ ਲੀਆਂ ਵਿੱਚ, ਬਾਹਰਲੇ ਮੁਲਕਾਂ 'ਚੋਂ ਲਈ ਹੁੰਦੇ ਨੇ। ਮੈਂ ਹਰਿਦੁਆਰ ਲੈ ਚੱਲਿਆ, ਮੈਂ ਕੀਰਤਪੁਰ ਸਾਹਿਬ ਲੈ ਚੱਲਿਆ, ਮੈਂ ਫਲਾਣੀ ਥਾਂ ਲੈ ਚੱਲਿਆ। ਉਹ ਗੁਰੂ ਕੇ ਸਿੱਖੋ, ਉਸ ਸਵਾ 'ਚ ਅਸਥੀਆਂ ਸਮੇਤ नेड़े तुहाडे नहर वगदी, उस पानी च जल प्रवाह कर दिओ। ये एवें भरम च ना पईए भी उत्थे लै गए ते रूहां जड़ियां मुक्त हो जाणियां। ये मनौत देखो जो साडे च वो की करदे, जो चलन लगदा ना पिंडां च, वो लिफाफा एक टिकट वध ले लैंदे ने। जिहदे लिफाफे वो जहाज दी टिकट लैके बंदा आया, मैं कहा तेरा भला हो जाए, ਲੱਖਾਂ रुपये खरीद दित्ते, कित्थे बैठा उत्ते? वो टिकट लैंदे ने एक बस दी वखरी, वो कार च सीट रख लेंदे ने, वो बैठा है जी उत्ते। नहीं नहीं प्यारे, समझो इस गल नूं। वो चुकियां जी अस्थियां चल पे, ते लोकी अजकल जदों अमीर मर जांदा अस्थियां दा जुलूस भी निकलदा। हुण अस्त इत्थे आ गए, हुण इस इत्थे आ गए। नहीं प्यारिओ, जदों बंदा चलाना कर गया, ओहदियां अस्थियां अंगीठे नूं समेट के ते जल प्रवाह कर दिओ नेड़े, नहीं तां दब्बियां भी जा सकदियां। मेरी बेनती है, जल प्रवाह कर देना सौखा है। उस तो बाद असी करिए की? खैर ये वखरा प्रकरण सी। मैनूं कदी मौका मिलिया, मैं रामकली साध की कथा अमेरिका की सी, इत्थे जरूर करांगा। चलो PTC ते चल पे गए। उस तो बाद अज लोकां कोल टाइम कोई नहीं, असीं कहंदे नहीं असीं कर्म कांड च नहीं पैंदे। सच्ची गल जे, ये बुधवार बंदा मरदा है, वीरवार मान लो वीरवार मरिया ना, ऐतवार नूं दा काम निबेड़ दिंदे। वो इस करके भी काम नहीं, बंदे को 10 दिन भी कोई नहीं। हालांकि दिनों की विचार नाल मैं सहमत नहीं, पर गुरमुखो जेड़ा प्राणी इन्ने दिन कर रहा ਉਹਦੇ नाल जाना कीता कीर्तन ते बंदगी। पुरातन समय गुरसिख रहत मर्यादा च नहीं लिखिया है। पुरातन समय रोजाना सहज पाठ होना, कीर्तन होना, शाम नूं जैत सरी की वार ते जां श्लोक सहस्कृति की कथा की जाती सी। बंदे एक तो परिवार नूं धीरज आ जाएगा, दूजी गल समझ पै जाए जिन्ना रस्तियां ते साडे घर दा जी गया, कल नूं असी भी जाना है। जे वो नहीं तैयारी कर सकिया, आपां तां कर सकी। मेरी बेनती है, सहज पाठ किया जाए बहुत चंगा है, पर अज सच्ची गल जे बंदा मरे नूं भी मगरों लांदा है भी इहदा खैड़ा छुट्टे होने, इहदा पाठ दा भोग पाओ। मैं तुहानूं एक बेनती करके, क्योंकि सवेरे इस पौड़ी विचारांगे। अमेरिका की एक घटना है, एलसब्रांटे गुरुद्वारा है उत्थे सैन फ्रांसिस्को, मैं कथा करन गया। ये घटना भी तकरीबन मेरा ख्याल है 15-16 साल की होनी पहले। उत्थे एक बड़ा पढ़िया लिखिया अप टू डेट आया जी, सियाणा बंदा। उत्थे ग्रंथी साहब हुंदे सन, भाई सुरिंदर सिंह। वो कहंदे भाई साहब सुनो लोकां दी गल, बड़ी चंगी पोस्ट ते बड़ा पढ़िया लिखिया, दोवें जी आए।
ਇਹ ਕਹਿੰਦੇ ਨੇ ਜੀ ਅਸੀਂ ਨਾ ਇਹ ਅਖੰਡ ਪਾਠ ਰਖਾਣਾ। ਹੁਣ ਕੁਦਰਤ ਤੌਰ ਤੇ ਬੰਦਾ ਪੁੱਛ ਲੈਂਦਾ ਕਿਹਦੇ ਸੰਬੰਧ 'ਚ। ਮੈਨੂੰ ਇਹ ਯਾਦ ਨਹੀਂ ਖਰੇ ਮਾਂ ਕੇ ਬਾਪ ਦਾ ਕਿਹਾ, ਕਹਿੰਦਾ ਅਸੀਂ ਮਾਤਾ ਦਾ ਕਿ ਪਿਤਾ ਦਾ ਭੋਗ ਪਾਣਾ। ਉਹ ਕਹਿੰਦੇ ਨੇ ਵੀ ਇਹ ਪੂਰੇ ਕਿੱਦਣ ਹੋਏ, ਫਿਊਨਲ ਕਿੱਦਣ, ਕਿਉਂਕਿ ਉੱਥੇ ਉਸ ਦਿਨ ਦਾ ਫੂਕਿਆ ਨਹੀਂ ਜਾਂਦਾ। ਫਿਊਨਲ ਕਿੱਦਣ ਹੈ? ਉਹ ਕਹਿੰਦਾ ਅਜੇ ਅਸਲ 'ਚ ਨਾ ਉਹ ਹਸਪਤਾਲ ਹੀ ਪਿਆ ਸੀ, ਸੋਚਿਆ ਵੀ ਇਹ ਕੰਮ ਪਹਿਲਾਂ ਕਰ ਲਈਏ, ਮਰਨ ਤੋਂ ਪਹਿਲਾਂ ਸਾਡੇ ਕੋਲ ਵੀ ਟਾਈਮ ਕੋ ਨਹੀਂ ਹੋਣਾ। ਇਸ ਹਾਸਾ ਨਹੀਂ ਜੇ, ਇਹ ਬੰਦਿਆਂ ਦੀ ਹਾਲਤ ਹੈ ਸਾਡਿਆਂ ਦੀ। ਮੈਂ ਬੇਨਤੀ ਕਰਾਂ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ, ਵੱਧ ਤੋਂ ਵੱਧ ਗੁਰੂ ਸਾਹਿਬ ਨੇ ਕਿਹਾ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਮੇਰੇ ਜਾਣ ਤੋਂ ਬਾਅਦ ਕੀਰਤਨ ਕਰੋ। ਸਤਿਗੁਰੂ ਕਿਰਪਾ ਕਰੇ ਇਸ ਮਨਾਉਣ ਤੋਂ ਅਸੀਂ ਉੱਪਰ ਉੱਠੀਏ ਕਿ ਮੰਨ ਲਓ ਕੋਈ ਫੂਕਦਾ ਪਿਆ, ਕੋਈ ਜਲ ਪ੍ਰਵਾਹ ਕਰਦਾ ਪਿਆ, ਅਸੀਂ ਉਹਦੀ ਮੁਕਤੀ ਨਾਲ ਜੋੜ ਕੇ ਇਸ ਕਿਰਿਆ ਨੂੰ ਨਾ ਸਮਝੀਏ ਅਸਲੀਅਤ ਹੈ। ਹੁਣ ਜਦੋਂ ਜਾਈਦਾ ਨਾ, ਕਈ ਬਨਾਰਸ ਵਿੱਚ ਕਹਿੰਦੇ ਨੇ ਸੰਸਕਾਰ ਮੇਰਾ ਕਰਿਓ, ਇਸ ਤਰ੍ਹਾਂ ਜੀ। ਆ ਗੜ ਗੰਗਾ ਯੂਪੀ ਨੂੰ ਜਾਈਦਾ ਜੀ, ਕਈ ਕਹਿੰਦੇ ਉੱਥੇ ਰਾਤ ਨੂੰ ਦੇਖੀਦਾ ਕਿੰਨੀਆਂ ਚਿਖਾ ਬਲਦੀਆਂ ਹੁੰਦੀਆਂ ਨੇ। ਨਹੀਂ ਨਹੀਂ, ਜੇ ਮਨ 'ਚ ਸਿਮਰਨ ਹੈ ਨਾ ਤੇ ਮੜੀਆਂ 'ਚ ਮਰ ਜਾਓਗੇ ਤਾਂ ਵੀ ਮੁਕਤ ਹੋ। ਜੇ ਬੰਦਗੀ ਕੋਈ ਨਹੀਂ ਤੇ ਗੰਗਾ ਦੇ ਵਿੱਚ ਟੁੱਬੀ ਮਾਰ ਕੇ ਮਰ ਜਾਓਗੇ, ਨਰਕਾਂ 'ਚ ਫਿਰ ਵੀ ਜਾਣਾ। ਕਬੀਰ ਸਾਹਿਬ ਨੇ ਫੈਸਲਾ ਕਰ ਦਿੱਤਾ ਜੀ। ਉਹ ਕਹਿੰਦੇ ਮਨੋਂ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ। ਜੇ ਮਨ ਦਾ ਪਾਪੀ ਬੰਦਾ ਸਾਰੀ ਜ਼ਿੰਦਗੀ ਪਾਪ ਕੀਤੇ, ਹੁਣ ਕਹਿੰਦਾ ਮੈਨੂੰ ਲੈ ਜਾਓ ਬਨਾਰਸ, ਮੈਨੂੰ ਲੈ ਜਾਓ ਹਰਿਮੰਦਰ ਸਾਹਿਬ ਫਟਾਫਟ, ਹਾਂ ਬੰਦਗੀ ਵਾਲੇ ਪਾਸੇ ਜੁੜ ਸਕਦਾ, ਜ਼ਿੰਦਗੀ ਪਲਟੀ ਜਾ ਧਰਮ ਸਥਾਨ ਤੇ। ਪਰ ਮਰਨ ਤੋਂ ਬਾਅਦ ਇਹ ਕਹੀਏ ਵੀ ਇਹਦੀ ਬੋਡੀ ਨੂੰ ਉੱਤੇ ਫੂਕ ਦਿਓ, ਬਾਬਾ ਜੀ ਕਹਿੰਦੇ ਮਨੋਂ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ ਸਗਲੀ ਸੈਨ ਤਰਾਈ। ਬੰਦਗੀ ਕਰਨ ਵਾਲਾ ਤਾਂ ਨਰਕਾਂ ਨੂੰ ਹੀ ਛਡਾ ਜਾਂਦਾ ਜੇ, ਸਿਮਰਨ ਕਰਨ ਵਾਲਾ ਤਾਂ ਨਰਕ ਵੀ ਖਾਲੀ ਕਰਾ ਦਿੰਦਾ ਹੈ। ਸਤਿਗੁਰੂ ਕਿਰਪਾ ਕਰੇ ਅਸੀਂ ਇਸ ਗੱਲ ਦੇ ਮਨੋਤ ਤੋਂ ਸੁਚੇਤ ਹੋਈਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।